ਸਾਰਿਆਂ ਨੂੰ ਜੀ ਆਇਆਂ ਦੀ ਕਹਿੰਦੇ ਆ ਤੇ ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨ ਪੁਕਾਰਦੇ ਹਾਂ, ਜਿਸ ਪਰਮੇਸ਼ਵਰ ਨੇ ਫਿਰ ਸਾਨੂੰ ਆਪਣੇ ਪਵਿੱਤਰ ਸਾਹ ਸਾਨੂੰ ਦਿੱਤੇ ਤੇ ਜੀਵਿਤ ਰੱਖਿਆ। ਕਾਹਦੇ ਲਈ ਜੀਵਿਤ ਰੱਖਿਆ? ਤਾਂ ਕਿ ਅਸੀਂ ਉਹਨਾਂ ਦੇ ਆਂਗਨਾਂ ਦੇ ਵਿੱਚ ਵਾਸ ਕਰੀਏ ਔਰ ਉਹਨਾਂ ਦੀ ਸਤੁਤੀ ਆਰਾਧਨਾ ਕਰਕੇ ਤ੍ਰਿਪਤ ਕਰਨ ਪਰਮੇਸ਼ਵਰ ਸਾਨੂੰ। ਥੈਂਕ ਯੂ ਫਾਦਰ, ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੈ ਮੇਰੇ ਪਿਤਾ ਪਰਮੇਸ਼ਵਰ, ਸਾਡਾ ਆਨੰਦ, ਸਾਡੀ ਸ਼ਾਂਤੀ, ਸਾਡਾ ਪਿਆਰ, ਸਾਡੇ ਸਭ ਕੁਝ ਤੁਸੀਂ ਹੋ ਲਾਰਡ ਜੀਸਸ। ਤੁਹਾਡੇ ਚਰਨਾਂ ਵਿੱਚ ਆਏ ਹਾਂ ਪਿਤਾ ਪਰਮੇਸ਼ਵਰ, ਕਿਉਂਕਿ ਇੱਕ ਤੁਹਾਡੇ ਚਰਨ ਹੀ ਐਸੇ ਹੈ ਜਦੋਂ ਉੱਥੇ ਬੈਠੇ ਜਾਵਾਂਗੇ। ਫਾਦਰ ਵਚਨ 'ਚ ਲਿਖਿਆ ਕਿ ਇਹ ਵਾਲਾ ਭਾਗ ਕਦੀ ਨਹੀਂ ਖੋਇਆ ਜਾਏਗਾ, ਕਿਉਂਕਿ ਇਹ ਅੱਛਾ ਭਾਗ ਹੈ। ਫਾਦਰ ਤੁਹਾਡੇ ਚਰਨਾਂ 'ਚ ਬੈਠੇ ਆ ਇਸ ਟਾਈਮ ਤੇ, ਔਰ हे ਪਿਤਾ ਪਰਮੇਸ਼ਵਰ, ਇਸ ਇੱਛਾ ਨਾਲ ਆਏ ਹਾਂ ਲॉर्ड, we want to bless your name oh God। ਤੁਹਾਡੀ ਆਰਾਧਨਾ ਸਤੁਤੀ ਇੱਛਾ ਨਾਲ ਆਇਆ ਮੇਰੇ ਪ੍ਰਭੂ, ਕਿ ਜਿਸ ਮਹਿਮਾ ਦੇ ਯੋਗ ਤੁਸੀਂ ਹੋ ਉਹ ਆਰਾਧਨਾ ਕਰ ਸਕੀਏ, ਕਿਉਂਕਿ ਤੁਸੀਂ ਸਾਡੀ ਜ਼ਿੰਦਗੀ 'ਚ ਉਹ ਕੁਝ ਕੀਤਾ ਪ੍ਰਭੂ। ਪਹਿਲਾਂ ਤੁਸੀਂ ਪਿਆਰ ਕੀਤਾ, ਉਸ ਤੋਂ ਬਾਅਦ ਅਸੀਂ ਤੁਹਾਨੂੰ ਪਿਆਰ ਕੀਤਾ ਮੇਰੇ ਫਾਦਰ। ਸਾਡੀ ਮਦਦ ਕਰੋ, ਸਹਾਇਤਾ ਕਰੋ ਪਿਤਾ ਪਰਮੇਸ਼ਵਰ, ਕਿ ਅੱਜ ਜਿੰਨੇ ਜਾਣੇ ਵੀ ਇਸ ਜਗ੍ਹਾ ਤੇ ਮੌਜੂਦ ਹੈ, ਜੋ ਵੀ ਆਪਣੀ ਜ਼ਰੂਰਤ ਨੂੰ ਲੈ ਕੇ ਆਏ ਹੈ ਲॉर्ड, ਇਸ ਵਰਸ਼ਿਪ ਦੇ ਦੌਰਾਨ, ਕਿਉਂਕਿ ਤੁਹਾਡੇ ਵਚਨ 'ਚ ਡਿਲੀਵਰੈਂਸ ਹੈ। ਤੁਹਾਡੇ ਵਚਨ ਦੇ ਰਾਹੀਂ ਹੀ ਲॉर्ड ਹਰ ਜ਼ਰੂਰਤ ਪੂਰੀ ਹੁੰਦੀ ਹੈ। ਤੁਹਾਡੇ ਵਚਨ ਦੇ ਰਾਹੀਂ ਹੀ ਪ੍ਰਭੂ ਪਵਿੱਤਰਤਾ ਹੀ ਮਿਲਦੀ ਹੈ, ਔਰ ਤੁਹਾਡਾ ਵਚਨ ਹੀ ਮੇਰੇ ਪ੍ਰਭੂ ਪਾਪ ਤੋਂ ਜਿਹੜਾ ਸਾਡਾ ਨੰਗਾਪਨ ਹੈ ਉਸ ਨੂੰ ਤੁਹਾਡਾ ਵਚਨ ਹੀ ਕਵਰ ਕਰਦਾ ਹੈ, ਕਿਉਂਕਿ ਤੁਹਾਡੇ ਵਚਨ ਹੀ ਗਲੋਰੀਅਸ ਵਚਨ ਹੈ ਮੇਰੇ ਪਿਤਾ ਪਰਮੇਸ਼ਵਰ। ਅਨੁਗ੍ਰਹ ਦਾ ਵਚਨ ਤੁਹਾਡਾ ਵਚਨ ਹੀ ਹੈ ਖੁਦਾਵੰਦ। ਇਹ ਵਚਨ ਹੀ ਸਾਡੀ ਢਾਲ ਹੈ, ਇਹ ਵਚਨ ਹੀ ਸਾਡਾ ਬਚਾਵ ਹੈ। ਸੋ ਫਾਦਰ, ਜਦੋਂ ਵਰਸ਼ਿਪ ਕੀਤੀ ਜਾਏ, ਮੰਗਦੇ ਆ ਮੇਰੇ ਪਿਤਾ ਪਰਮੇਸ਼ਵਰ, ਜਿਸ ਵੀ ਇੱਛਾ ਨਾਲ ਪ੍ਰਭੂ ਇਸ ਟਾਈਮ ਤੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਇਕੱਠੇ ਕੀਤਾ, ਕਿਉਂਕਿ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਤੁਹਾਡੀ ਹਜ਼ੂਰੀ ਵਿੱਚ ਨਹੀਂ ਆ ਸਕਦਾ। ਸੋ ਫਾਦਰ, ਤੁਹਾਡਾ ਧੰਨਵਾਦ ਕਰਦੇ ਹਾਂ ਕਿ ਆਪਣਾ ਸਮਰਥੀ ਹੱਥ ਵਧਾ ਕੇ ਚਿੰਨ ਔਰ ਚਮਤਕਾਰ ਕਰੋ ਲॉर्ड, ਔਰ ਹਰ ਉਸ ਆਪਣੇ ਬੱਚੇ ਨੂੰ ਜਿਸ ਦੇ ਉੱਤੇ ਇਸ ਟਾਈਮ ਤੇ ਤੁਹਾਡੀ ਨਜ਼ਰ ਟਿਕੀ ਹੋਈ ਹੈ ਖੁਦਾਵੰਦ, ਕਿ ਤੁਸੀਂ ਉਹਨਾਂ ਨੂੰ ਆਪਣੇ ਵਚਨ ਦੇ ਰਾਹੀਂ ਡਿਲੀਵਰ ਕਰਨਾ ਚਾਹੁੰਦੇ ਹੋ ਖੁਦਾਵੰਦ। ਅਸੀਂ ਤੁਹਾਡੀ ਹਜ਼ੂਰੀ 'ਚ ਬੈਠੇ ਹਾਂ, ਜੋ ਤੁਸੀਂ ਕੰਮ ਦਿੱਤਾ ਮੇਰੇ ਫਾਦਰ ਉਸ ਨੂੰ ਵਫਾਦਾਰੀ ਨਾਲ ਕਰ ਸਕੀਏ, ਤਾਂ ਕਿ ਤੁਹਾਡਾ ਕੰਮ ਪੂਰਾ ਹੋਏ ਮੇਰੇ ਪ੍ਰਭੂ, ਔਰ ਹਰ ਕੋਈ ਖੁਦਾਵੰਦ ਤੁਹਾਡੇ ਰਾਜ੍य ਵਿੱਚ ਸ਼ਾਮਿਲ ਹੋ ਜਾਏ ਅੱਜ ਦੇ ਦਿਨ ਮੇਰੇ ਖੁਦਾਵੰਦ, ਕਿਉਂਕਿ ਅੱਜ ਦਾ ਦਿਨ ਹੀ ਉद्धार ਦਾ ਦਿਨ ਹੈ ਮੇਰੇ ਪ੍ਰਭੂ। ਹਰ ਕਮੀ ਘਟੀ ਨੂੰ ਪੂਰੇ ਕਰਨ ਵਾਲੇ ਪਰਮੇਸ਼ਵਰ, हे ਪ੍ਰਾਰਥਨਾ ਨੂੰ ਸੁਣਨ ਵਾਲੇ ਪਰਮੇਸ਼ਵਰ, ਔਰ ਸੁਣ ਕੇ ਜਵਾਬ ਦੇਣ ਵਾਲੇ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੇ ਵਚਨਾਂ ਤੇ ਵਿਸ਼ਵਾਸ ਕਰਦੇ ਹਾਂ, ਇਸ ਲਈ ਫਾਦਰ ਵਿਸ਼ਵਾਸ ਕਰਦੇ ਹਾਂ ਕਿ ਪ੍ਰਾਰਥਨਾ ਨੂੰ ਤੁਸੀਂ ਸੁਣਿਆ, ਕਬੂਲ ਕੀਤਾ, ਉਹਦੇ ਲਈ ਵੀ ਇਨ ਐਡਵਾਂਸ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਇੱਕ ਵੱਡੀ ਬੇਦਾਰੀ ਵਾਸਤੇ, ਵੱਡੀ ਡਿਲੀਵਰੈਂਸ ਵਾਸਤੇ ਖੁਦਾਵੰਦ, ਵੱਡੀ ਨਾਜਾਤ ਵਾਸਤੇ हे ਪਿਤਾ ਪਰਮੇਸ਼ਵਰ, ਇਨ ਐਡਵਾਂਸ ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ ਮਸੀਹ ਯੀਸ਼ੂ ਦੇ ਨਾਮ 'ਚ, ਆਮੀਨ। ਸਾਮ 22 'ਚ ਲਿਖਿਆ ਹੋਇਆ, मैं पहला 24th वर्स पढ़ांगी, फिर 23 पढ़ांगी। 24th लिखा है, क्योंकि उसने दुखी को तुच्छ नहीं जाना और ना उससे घृणा करता है और ना उससे अपना मुख छिपाता है, पर जब उसने उसकी दुहाई दी तब उसकी सुन ली। हे यहोवा के डरवैयो, उसकी स्तुति करो, हे याकूब के वंश, तुम सब उसकी महिमा करो, हे इज़राइल के वंश, तुम उसका भय मानो। एक परमेश्वर दे वचन दे लई सब नूं आशीष मिले। एक परमेश्वर ही है। ਆਪਾਂ ਇਨਸਾਨ ਜੇ ਕਿਸੇ ਨੂੰ ਆਪਣਾ ਦੁੱਖ ਸੁਣਾਉਂਦੇ ਹਾਂ ਤਾਂ ਆਪਣਾ ਮਜ਼ਾਕ ਬਣਵਾਉਂਦੇ ਹਾਂ, ਲੇਕਿਨ ਇਹ ਪਰਮੇਸ਼ਵਰ ਕਹਿੰਦੇ ਆ ਕਿ ਜਦੋਂ ਅਸੀਂ ਪਰਮੇਸ਼ਵਰ ਨੂੰ ਅਸੀਂ ਆਪਣਾ ਦੁੱਖ ਸੁਣਾਉਂਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਤੁੱਛ ਨਹੀਂ ਜਾਣਦੇ। ਪਰਮੇਸ਼ਵਰ ਸਾਡੇ ਦੁੱਖ ਨੂੰ ਸੁਣਦੇ ਆ, ਕਿਉਂਕਿ ਉਹਨਾਂ 'ਚ ਸਮਰਥ ਹੈ ਉਸ ਦੁੱਖ ਨੂੰ ਕੱਟਣ ਦੇ ਲਈ। ਵਿਸ਼ਵਾਸਯੋਗ ਪਰਮੇਸ਼ਵਰ ਹੈ। ਦੁੱਖ ਕਿਸੇ ਕਿਸਮ ਦਾ ਵੀ ਹੋਏ, ਚਾਹੇ ਉਹ ਬਾਂਝਪਨ ਦਾ ਦੁੱਖ ਹੈ, ਚਾਹੇ ਉਹ ਪੈਸੇ ਦਾ ਦੁੱਖ ਹੈ, ਚਾਹੇ ਉਹ
किसी चीज का भी दुख है, बीमारी का दुख है, आपस में डाइवोर्स का दुख है, हर चीज का जवाब इस वचन च है। तो आज जो आप वर्शिप करांगे साम 86, मेरा पूरा विश्वास है कि जेड़ा जना भी इस टाइम ते जिस दुख दे विच हैगा उससे हर दुख इस वचन दे राही डिलीवरेंस जरूर मिलेगी। मैं दुआ करदी हाँ कि सानू परमेश्वर फजल बख्शे कि इस वचन नूं असीं अपने दिल दे अंदर ग्रहण करन दे लई जगह दे सकीए, क्योंकि ਇਹ ਕੰਮ भी परमेश्वर करदे है। ਅਸੀਂ सिर्फ अपना दिल परमेश्वर ਨੂੰ कहना कि ਅਸੀਂ ਇੱਥੇ बैठे हाँ ਤੇ ਤੁਸੀਂ ਸਾਡੇ ਦਿਲਾਂ ਨੂੰ ਤੁਸੀਂ ਜਾਂਚੋ, ਇਹ ਵਚਨ ਨੂੰ ਕਿਸ ਤਰ੍ਹਾਂ ਅੰਦਰ ਰਹਿਣਾ ਸਾਨੂੰ ਸਿਖਾਓ। ਸਭ ਕੁਝ ਪਰਮੇਸ਼ਵਰ ਕਰਨਗੇ, ਲੇਕਿਨ ਅਸੀਂ ਮੰਗਣਾ ਜ਼ਰੂਰ ਹੈ, ਕਿਉਂਕਿ ਵਚਨ ਕਹਿੰਦਾ ਮੰਗੋਗੇ ਤਾਂ ਮਿਲੇਗਾ। ਜੇ ਆਪਣੀ ਅੱਜ ਅਸੀਂ ਇਸ ਇੱਛਾ ਨਾਲ ਲਾਏ ਆ, ਚਾਹੇ ਕੋਈ ਬਿਮਾਰੀ ਹੈ, ਚਾਹੇ ਕੋਈ ਲਾਚਾਰੀ ਹੈ, ਚਾਹੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਦੁੱਖ ਹੈ, ਚਾਹੇ ਕਿਸੇ ਨੂੰ ਪਾਪਾਂ ਦੀ ਮਾਫੀ ਦੇ ਲਈ ਜ਼ਰੂਰਤ ਹੈਗੀ ਹੈ, हर चीज का इलाज, किसी को अनुग्रह की जरूरत हैगी है, इस वचन दे विच सब कुछ कंप्लीट वचन है, क्योंकि ये वचन का नाम ही, ये वचन ही मसीह यीशु लिविंग रूप विच साडे सामने हैगे है। ਇਹਦਾ ਟॉप ਜਿਹੜਾ ਹੈਡਿੰਗ ਹੈ ਉਹਦਾ ਵੀ ਹੈ ਸਹਾਇਤਾ के लिए प्रार्थना। संकट के समय यहोवा मैंने तुझे पुकारा, संकट के समय यहोवा मैंने तुझे पुकारा, मेरी दुआ की ओर यहोवा ने कान बढ़ाया, मेरी दुआ की ओर यहोवा ने कान बढ़ाया, गिड़गिड़ाने की ओर यहोवा ने ध्यान लगाया, गिड़गिड़ाने की ओर यहोवा ने ध्यान लगाया। संकट के समय यहोवा मैंने तुझे पुकारा, मैंने तुझे पुकारा, मैंने तुझे पुकारा। देखो इत्थे अपन ने अंडरलाइन वर्ड करना मैंने, मेरी दुआ। परमेश्वर चाहते हैं इस टाइम ते कि असीं सारे अपने अपने दुख परमेश्वर दे अगे खोलीए, क्योंकि परमेश्वर सानू दुखी नहीं देखना चाहते। कि ह्यूमिलिटी जरूर मंगते हैं कि असीं अपने सारी पानी की तरह परमेश्वर दे अगे अपने आप नू डोल दईए। संकट के समय यहोवा मैंने तुझे पुकारा, तेरे तुल्य यहोवा इस जहां में कोई नहीं, तेरे तुल्य यहोवा इस जहां में कोई नहीं, तेरे कामों के तुल्य कोई कुछ कर सकता नहीं, तेरे कामों के तुल्य कोई कुछ कर सकता नहीं। संकट के समय यहोवा मैंने तुझे पुकारा, संकट के समय यहोवा मैंने तुझे पुकारा। मैं दीन दरिद्र यहोवा तेरा ही भगत हूँ, मैं दीन दरिद्र यहोवा तेरा ही भगत हूँ, रक्षा कर तू प्राणों की मैं तेरा दास हूँ, रक्षा कर तू प्राणों की मैं तेरा दास हूँ। संकट के समय यहोवा मैंने तुझे पुकारा, संकट के समय यहोवा मैंने तुझे पुकारा। अनुग्रह मुझ पर कर, मैं हर पल तुझको ही पुकारूं, अनुग्रह मुझ पर कर, मैं हर पल तुझको ही पुकारूं, कर उद्धार तू मेरा भरोसा तुझ पर ही करूं, कर उद्धार तू मेरा भरोसा तुझ पर ही करूं। संकट के समय यहोवा मैंने तुझे पुकारा, संकट के समय यहोवा मैंने तुझे पुकारा। मन मेरा यहोवा तू अपनी ओर कर, मन मेरा यहोवा तू
दास के मन को यहोवा आनंदित तू कर। अपने दास के मन को यहोवा आनंदित तू कर। संकट के समय यहोवा मैंने तुझे पुकारा। संकट के समय यहोवा मैंने तुझे पुकारा। परमेश्वर यहोवा क्षमा करने वाला तू। परमेश्वर यहोवा क्षमा करने वाला तू। तुझको जो पुकारे अति करुणामय है तू। तुझको जो पुकारे अति करुणामय है तू। संकट के समय यहोवा मैंने तुझे पुकारा। संकट के समय यहोवा मैंने तुझे पुकारा। अपना मार्ग दिखा सच की राह पे चला। अपना मार्ग दिखा सच की राह पे चला। एक चित मुझको बना डर भी अपना तू सिखला। एक चित मुझको बना डर भी अपना तू सिखला। संकट के समय यहोवा मैंने तुझे पुकारा। संकट के समय यहोवा मैंने तुझे पुकारा। पूरे मन से तेरा ही मैं धन्यवाद करूं। पूरे मन से तेरा ही मैं धन्यवाद करूं। महिमा तेरी यहोवा हर दिन और मैं रात करूं। महिमा तेरी यहोवा हर दिन और मैं रात करूं। संकट के समय यहोवा मैंने तुझे पुकारा। संकट के समय यहोवा मैंने तुझे पुकारा। करुणा से तूने अपनी मुझको घेर लिया है। करुणा से तूने अपनी मुझको घेर लिया है। अधोलोक की तह से मुझको बचा लिया है। अधोलोक की तह से मुझको बचा लिया है। संकट के समय यहोवा मैंने तुझे पुकारा। संकट के समय यहोवा मैंने तुझे पुकारा। उपद्रवियों का झुंड मेरे प्राण का खोजी है। उपद्रवियों का झुंड मेरे प्राण का खोजी है। अनुग्रहकारी परमेश्वर ने अनुग्रह किया है। अनुग्रहकारी परमेश्वर ने अनुग्रह किया है। संकट के समय यहोवा मैंने तुझे पुकारा। संकट के समय यहोवा मैंने तुझे पुकारा। तेरी बनाई जाति तुझको ही दंडवत करेगी। तेरी बनाई जाति तुझको ही दंडवत करेगी। पवित्र तेरे नाम की वो महिमा करेगी। पवित्र तेरे नाम की वो महिमा करेगी। संकट के समय यहोवा मैंने तुझे पुकारा। संकट के समय यहोवा मैंने तुझे पुकारा। विलंब से कोप करने वाला करुणामय हुआ है। विलंब से कोप करने वाला करुणामय हुआ है। शक्ति मुझको दी और उद्धार किया है। शक्ति मुझको दी और उद्धार किया है। संकट के समय यहोवा मैंने तुझे पुकारा। संकट के समय यहोवा मैंने तुझे पुकारा। अपनी भलाई का यहोवा तूने चिन्ह दिया है। अपनी भलाई का यहोवा चिन्ह दिया है।
अपनी सहायता से शांति का ये गीत दिया है, अपनी सहायता से शांति का ये गीत दिया है, अपनी सहायता से विजय का ये गीत दिया है, अपनी सहायता से विजय का ये गीत दिया है। संकट के समय यहोवा मैंने तुझे पुकारा, मेरी दुआ की ओर यहोवा ने कान बढ़ाया, गिड़गिड़ाने की ओर यहोवा ने ध्यान लगाया। संकट के समय यहोवा मैंने तुझे पुकारा, मैंने तुझे पुकारा, मैंने तुझे पुकारा यहोवा, मैंने तुझे पुकारा, मेरी दुआ की ओर यहोवा ने कान बढ़ाया, मेरे गिड़गिड़ाने की ओर यहोवा ने ध्यान लगाया, ध्यान लगाया, यहोवा ने ध्यान लगाया। थैंक यू फादर, थैंक यू फादर। ਅੱਜ ਸਾਰਿਆਂ ਦੇ ਗਿੜਗਿੜਾਉਣ ਤੇ ਹੈ ਪਿਤਾ ਪਰਮੇਸ਼ਵਰ, ਤੁਹਾਡਾ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਧਿਆਨ ਲੱਗਿਆ। ਹੈ ਪਿਤਾ ਪਰਮੇਸ਼ਵਰ, ਜਿਨ੍ਹਾਂ ਨੂੰ ਇਸ ਟਾਈਮ ਤੇ ਜਿਹੜੇ ਤੇਰੇ ਕੋਈ ਜ਼ਿੰਦਗੀ 'ਚ ਰਸਤਾ ਢੂੰਡ ਰਿਹਾ ਮੇਰੇ ਫਾਦਰ, ਉਸ ਦਾ ਜਵਾਬ ਤੁਸੀਂ ਇਸ ਵਰਸ਼ਿਪ ਸੌਂਗ 'ਚ ਦਿੱਤਾ। ਜਿਹੜੇ ਲੋਕ ਖੁਦਾਵੰਦ ਕਿਸੇ ਬਿਮਾਰੀ ਨਾਲ ਜੂਝ ਰਹੇ ਆ, ਉਹਨਾਂ ਨੇ ਇਸ ਵਰਸ਼ਿਪ ਸੌਂਗ ਦੇ ਜ਼ਰੀਏ ਪ੍ਰਭੂ ਤੇਰੇ ਅੱਗੇ ਦੁਹਾਈ ਦਿੱਤੀ ਹੈ। ਔਰ ਹੇ ਮੇਰੇ ਪਿਤਾ ਪਰਮੇਸ਼ਵਰ, ਜਿਹੜੇ ਇਸ ਟਾਈਮ ਤੇ ਕਿਸੇ ਗੁਨਾਹ 'ਚ ਹੈ, ਤੁਸੀਂ ਇਸ ਵਰਸ਼ਿਪ ਸੌਂਗ ਦੇ ਜ਼ਰੀਏ ਮੇਰੇ ਖੁਦਾਵੰਦ ਉਹਨਾਂ ਦੇ ਪਾਪਾਂ ਨੂੰ ਮਾਫ ਕੀਤਾ ਮੇਰੇ ਫਾਦਰ। ਹੇ ਮੇਰੇ ਪਿਤਾ ਪਰਮੇਸ਼ਵਰ, ਜਿਹੜੇ ਕਿਸੇ ਕਾਰਨ ਤੇਰੇ ਪਿਆਰ 'ਚ ਠੰਡੇ ਪੈ ਗਏ, ਤੇਰੇ ਤੋਂ ਦੂਰੀ ਉਹਨਾਂ ਦੇ ਦਿਲਾਂ ਵਿੱਚ ਆ ਗਈ, ਉਹਨਾਂ ਨੂੰ ਤੂੰ ਅੱਜ ਨਜ਼ਦੀਕੀ ਬਖਸ਼ੀ ਹੈ ਖੁਦਾਵੰਦ। ਇਸ ਵਰਸ਼ਿਪ ਸੌਂਗ 'ਚ ਤੁਸੀਂ ਇਹ ਸਿਖਾਇਆ ਲਾਰਡ ਜੀਸਸ, ਤੁਸੀਂ ਉद्धार ਕੀਤਾ ਮੇਰੇ ਪ੍ਰਭੂ, ਆਪਣੇ ਅਨੁਗ੍ਰਹਿ ਦੇ ਵਿੱਚ ਲਪੇਟ ਲਿਆ ਉਹਨਾਂ ਨੂੰ ਲਾਰਡ ਜੀਸਸ। ਉਹ ਖੁਦਾਵੰਦ ਜਿਹੜੇ ਕਿਸੇ ਵੀ ਉਪਦਰਵੀਆਂ ਦਾ ਝੁੰਡ ਜਿਹਦੇ ਨਾਲ ਘਿਰੇ ਹੋਏ ਹੈ, ਬਿਮਾਰੀਆਂ ਦੇ ਨਾਲ, ਲਾਚਾਰੀਆਂ ਦੇ ਨਾਲ, ਫਾਦਰ ਤੁਸੀਂ ਉਹਨਾਂ ਨੂੰ ਉਹਨਾਂ ਦਾ ਉद्धार ਕੀਤਾ ਮੇਰੇ ਖੁਦਾਵੰਦ। हे मेरे पिता परमेश्वर, जिन्हां दे प्राण किसी कारण दुविधा विच है, किसी कारण संकट विच है, तुसी उन्हां दे लई रक्षा लई अपना वचन भेज के उन्हां नूं उस जगह तो कढिया खुदावंद। जिन्हां ते तुहाडा क्रोध आना सी खुदावंद, उन्हां ते तुसी इस वर्शिप सॉन्ग दे जरिए हे मेरे पिता परमेश्वर अपनी करुणा बहा दित्ती। जिन्हां दे फादर किसी कारण कोई डिप्रेशन, कोई बेचैनी सीगी खुदावंद, तुसी इस वर्शिप सॉन्ग दे जरिए हे मेरे पिता परमेश्वर तुसी उन्हां दी शांति बन गए खुदावंद। तुहाडा धन्नवाद करदे हां। हर वो हालात जिहड़े ना साडे सारियां दी जिंदगी, किसी दी भी जिंदगी च जो एक राख दी तरह, तुसी उसनूं एक सुंदर पगड़ी दी तरह प्रभु बना दिता। तुहाडा धन्नवाद करदे हां पिता परमेश्वर, तुहाडे नाम नूं वडियाने आ, तुहाडे नाम दी जय जयकार करदे आ। हे खुदावंद, इस टाइम ते जिहड़ा तुसी सानूं वचन भेजिआ, उस लई साडे दिलां नूं तैयार करो कि वचन अच्छी ग्राउंड ते गिरे और 100 गुना फल आए। एक वड्डी जित दे लई फादर असीं जोर नाल हालेलुया दा नारा लगाने आ। हालेलुया, जय मसीह की, जय मसीह की। जीसस इज लॉर्ड। थैंक यू फादर, इन जीसस नेम, आमेन, आमेन। प्रेज दी लॉर्ड। सारिਆਂ ਨੂੰ ਜੈ ਮਸੀਹ ਦੀ। प्रभु यीशु मसीह के नाम नाल सारिਆਂ ਦਾ एक बार फिर स्वागत करते हैं परमेश्वर दे इस प्रोग्राम जीसस इज लॉर्ड क्रिएटर। प्रभु यीशु मसीह ही जिंदा परमेश्वर ने ਜਿਹੜੇ रोज़ सानू उठाते ने, रोज़ साड़ी अपना सानू नवीं सवासा देंदे ने, रोज़ सानू नवा जीवन देंदे ने। ते परमेश्वर का शुक्र अदा करने
ਕਿ ਨਾ ਹੀ ਸਾਨੂੰ ਨਵਾਂ ਜੀਵਨ ਦਿੰਦੇ ਨੇ, ਪਰ ਸਾਨੂੰ ਨਵਾਂ ਜੀਵਨ ਜੀਣ ਦੇ ਨਵੇਂ ਰਸਤੇ ਵੀ ਦੱਸਦੇ ਨੇ, ਕਿਵੇਂ ਅਸੀਂ ਪਰਮੇਸ਼ਵਰ ਦੇ ਰਸਤਿਆਂ ਤੇ ਅੱਗੇ ਵੱਧ ਸਕਦੇ ਹੈਗੇ ਆ। ਅਸੀਂ ਹਰ ਰੋਜ਼ ਸਵੇਰੇ ਪਰਮੇਸ਼ਵਰ ਦੇ ਵਚਨ ਵਿੱਚੋਂ ਤੁਹਾਡੇ ਵਾਸਤੇ ਜਿਹੜੀ ਪਰਮੇਸ਼ਵਰ ਦੇ ਵਚਨ ਦੀ ਗਹਿਰਾਈਆਂ ਹੈਗੀਆਂ ਨੇ ਉਹ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ। ਅਸੀਂ ਜਿਵੇਂ ਪਿਛਲੇ ਤਕਰੀਬਨ 10 ਦਿਨ ਤੁਹਾਡੇ ਨਾਲ ਗਲੇਸ਼ੀਅਨ 5:22 5:23 ਗਲਾਤੀਆਂ ਦੀ ਪੁਸਤਕ 5:22 ਤੇ 23 ਜਿੰਦੇ ਵਿੱਚ ਫਰੂਟ ਆਫ ਸਪਿਰਿਟ ਆਤਮਾ ਦੇ ਫਲ ਦੇ ਕਿਹੜੇ ਫਲੇਵਰ ਨੇ ਉਹ ਅਸੀਂ ਦੇਖਿਆ, ਜਿਹੜੇ ਕਿ ਸਾਨੂੰ ਹਰ ਰੋਜ਼ ਜਿਨ੍ਹਾਂ ਗੱਲਾਂ ਦੀ ਜ਼ਰੂਰਤ ਹੈਗੀ ਹੈ। ਹਰ ਰੋਜ਼ ਸਾਨੂੰ ਸ਼ਾਂਤੀ ਦੀ ਜ਼ਰੂਰਤ ਹੈ, ਪ੍ਰੇਮ ਦੀ ਜ਼ਰੂਰਤ ਹੈ, ਭਲਾਈ ਦੀ ਜ਼ਰੂਰਤ ਹੈਗੀ ਹੈ, ਨੇਕੀ ਦੀ ਜ਼ਰੂਰਤ ਹੈਗੀ ਹੈ, ਸਹਿਨਸ਼ੀਲਤਾ ਦੀ ਜ਼ਰੂਰਤ ਹੈਗੀ ਹੈ, ਸਬਰ ਦੀ ਜ਼ਰੂਰਤ ਹੈਗੀ ਹੈ। ਤੇ ਇਹ ਸਾਰੀ ਚੀਜ਼ਾਂ ਪਰਮੇਸ਼ਵਰ ਨੇ ਤੁਹਾਡੇ ਤੇ ਮੇਰੇ ਵਾਸਤੇ ਐਸ ਕਰਕੇ ਲਿਖਿਆ ਨੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਸਕੀਏ, ਤਾਂ ਕਿ ਜਿਹੜਾ ਸਮੇਂ ਅਸੀਂ ਇੱਧਰ ਉੱਧਰ ਭੱਜਣ ਵਿੱਚ ਲਗਾਉਂਦੇ ਆ, ਘਬਰਾਹਟ ਵਿੱਚ ਲਗਾਉਂਦੇ ਆ, ਨਾ ਉਮੀਦੀ ਦੇ ਵਿੱਚ ਲਗਾਉਂਦੇ ਆ, ਉਹੀਓ ਸਮੇਂ ਅਸੀਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੀ ਜੈ ਜੈਕਾਰ ਵਿੱਚ ਲਗਾ ਸਕੀਏ। ਜੋ ਸਾਨੂੰ ਪਰਮੇਸ਼ਵਰ ਨੇ ਸਾਡੇ ਤੇ ਕਿਰਪਾ ਕਰਕੇ ਆਪਣਾ ਹੱਥ ਸਾਡੇ ਸਿਰਾਂ ਤੇ ਰੱਖ ਕੇ ਜੋ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ਾਂ ਦਿੱਤੀਆਂ ਨੇ, ਬਰਕਤਾਂ ਦਿੱਤੀਆਂ ਨੇ, ਉਹਨਾਂ ਦਾ ਗੁਣਗਾਨ ਅਸੀਂ ਜਿਹੜੇ ਲੋਕ ਅਜੇ ਵੀ ਅੰਧਕਾਰ ਵਿੱਚ ਬੈਠੇ ਨੇ, ਜਿਹੜੇ ਲੋਕ ਅਜੇ ਵੀ ਪਰੇਸ਼ਾਨੀਆਂ ਦੇ ਜੇਲ੍ਹ ਵਿੱਚ ਬੰਦ ਹੈਗੇ ਨੇ, ਉਹਨਾਂ ਤੱਕ ਲੈ ਕੇ ਜਾ ਸਕੀਏ। ਤੇ ਪਰਮੇਸ਼ਵਰ ਦੀ ਦਇਆ ਹੀ ਹੈਗੀ ਹੈ ਕਿ ਹਰ ਰੋਜ਼ ਸਾਨੂੰ ਪਰਮੇਸ਼ਵਰ ਐਸਾ ਵਚਨ ਦਿੰਦੇ ਨੇ ਜਿਹੜਾ ਕਿ ਸਾਡੇ ਰੋਜ਼ਮर्रा ਦੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੈ। ਕੋਈ ਐਸਾ ਜਾਨੀ ਹੈ ਜਿਹੜਾ ਕਿ ਉਹ ਜਿਹੜੇ ਅਸੀਂ ਵਚਨ ਦੇ ਬਾਰੇ ਪਰਮੇਸ਼ਵਰ ਸਾਨੂੰ ਜਿਹੜੇ ਵਚਨ ਦੇ ਰਿਹਾ ਹੈ, ਉਹ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਜੀ ਮੇਰੇ ਜੀਵਨ ਵਿੱਚ ਕਦੀ ਨਹੀਂ ਹੋਇਆ। ਅੱਜ ਦਾ ਟੌਪਿਕ ਵੀ ਹੈਗਾ ਜਿਹੜਾ ਕਿ ਕੋਈ ਐਸਾ ਬੰਦਾ ਨਹੀਂ ਕਹਿ ਸਕਦਾ ਜਿਹੜਾ ਜ਼ਮੀਨ ਤੇ ਹੈਗਾ, ਭਾਵੇਂ ਉਹ ਕਿਸੇ ਵੀ ਹਾਲਾਤ ਵਿੱਚ ਹੈਗਾ, ਭਾਵੇਂ ਉਹ ਕਿਸੇ ਵੀ ਭਾਵੇਂ ਗਰੀਬ ਦੇ ਘਰ ਪੈਦਾ ਹੋਇਆ, ਅਮੀਰ ਦੇ ਪੈਦਾ ਘਰ ਹੋਇਆ, ਭਾਵੇਂ ਉਹਦਾ ਪਰਿਵਾਰਿਕ ਜਿਹੜਾ ਸੰਬੰਧ ਹੈ ਉਹ ਬੜੇ ਉੱਚੇ ਉਹਦੇ ਨਾਲ ਹੈਗਾ, ਤੇ ਭਾਵੇਂ ਉਹਦਾ ਸੰਬੰਧ ਜਿਹੜਾ ਹੈਗਾ ਉਹ ਬਿਲਕੁਲ ਜਿਹੜਾ ਉਹ ਜਿਹਦੇ ਕਹਿੰਦੇ ਨਾ ਬਾਟਮ ਆਫ ਦੀ ਸੋਸਾਇਟੀ ਦਾ ਹੈਗਾ। ਪਰਮੇਸ਼ਵਰ ਦੀ ਗੱਲਾਂ ਤਾਂ ਸਾਰਿਆਂ ਵਾਸਤੇ ਇੱਕੋ ਜਿਹਾ ਮਤਲਬ ਰੱਖਦੀਆਂ ਨੇ। ਪਰਮੇਸ਼ਵਰ ਦੇ ਵਚਨ ਦਾ ਸਾਰਿਆਂ ਵਾਸਤੇ ਕੀ ਹੈ? ਤਸੱਲੀ ਦਾ ਕਾਰਨ ਹੁੰਦੇ ਨੇ। ਜਿਵੇਂ ਅਸੀਂ ਉਹਨੇ ਭਜਨ ਵੀ ਸੁਣਿਆ कि संकट के समय यहोवा मैंने तुझे पुकारा, मेरी गिड़गिड़ाहट की तरफ तूने कान लगाया, मेरी दुआ की ओर तूने ध्यान बढ़ाया। ते की मतलब दसदा है कि ਜਦੋਂ ਅਸੀਂ ਸੰਕਟ ਵਿੱਚ ਪੁਕਾਰਦੇ ਹਾਂ ਪਰਮੇਸ਼ਵਰ ਨੂੰ, ਜਦੋਂ ਅਸੀਂ ਜ਼ਿੰਦਾ ਪਰਮੇਸ਼ਵਰ ਨੂੰ ਸੰਕਟ ਵਿੱਚ ਪੁਕਾਰਦੇ ਹਾਂ ਤੇ ਸਾਡੀ ਦੁਆ ਉਹ ਜ਼ਰੂਰ ਸੁਣਦੇ ਨੇ। ਤੇ ਅੱਜ ਦਾ ਜਿਹੜਾ ਸੰਦੇਸ਼ ਦਾ ਵਿਸ਼ਾ ਹੈਗਾ ਉਹ ਹੈਗਾ ਡਿਸਕਰੇਜਮੈਂਟ ਆ ਚੋਇਸ। ਆਪਾਂ ਸਾਰੇ ਜ਼ਿੰਦਗੀ ਦੇ ਅਲੱਗ-ਅਲੱਗ ਮੋੜ ਤੋਂ ਨਿਕਲਨੇ ਆ ਤੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਅੱਜ ਤੱਕ ਜ਼ਿੰਦਗੀ ਜਿਹੜੇ ਗੱਲਾਂ ਵੀ ਹੋਈਆਂ ਉਹ ਹਰ ਚੀਜ਼ ਮੇਰੀ ਸਮੂਥਲੀ ਚਲੇਗੀ, ਬਿਨਾਂ ਚਿੰਤਾ ਦੇ ਚਲੇਗੀ। ਨਹੀਂ, ਕਦੀ ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਸਾਰੇ ਲੋਕ ਜ਼ਿੰਦਗੀ ਦੇ ਕਿਸੇ ਨਾ ਕਿਸੇ ਪਹਿਲੂ ਤੇ ਨਾ ਉਮੀਦ ਹੋ ਜਾਂਦੇ ਆ, ਡਿਸਕਰੇਜ ਹੋ ਜਾਂਦੇ ਆ। ਤੇ ਜਦੋਂ ਅਸੀਂ ਡਿਸਕਰੇਜ ਹੋ ਜਾਂਦੇ ਆ, ਸਭ ਤੋਂ ਪਹਿਲੇ ਅਸੀਂ ਕੀ ਕਰਨੇ ਆ? ਅਸੀਂ ਆਪਣੇ ਹਥਿਆਰ ਸਿੱਟ ਦਿੰਦੇ ਆ। ਅਸੀਂ ਕਹਿੰਦੇ ਵੀ ਇਹ ਕੰਮ ਮੇਰੇ ਵੱਸ ਦਾ ਨਹੀਂ ਹੈਗਾ, ਇਹ ਕੰਮ ਤਾਂ ਮੇਰੇ ਕੋਲ ਹੋ ਹੀ ਨਹੀਂ ਸਕਦਾ। ਇਹ ਜਿਹੜੀ ਮੇਰੀ ਬਿਮਾਰੀ ਹੈਗੀ ਹੈ, ਇਹ ਜਿਹੜੀ ਮੇਰੀ ਪਰੇਸ਼ਾਨੀ ਹੈਗੀ ਹੈ, ਇਹਦਾ ਕੋਈ ਹੱਲ ਹੀ ਨਹੀਂ ਹੈਗਾ। ਇਹਨੂੰ ਕੀ ਕਹਿੰਦੇ ਨੇ? ਡਿਸਕਰੇਜਮੈਂਟ ਕਹਿੰਦੇ ਨੇ, ਨਾ ਉਮੀਦੀ ਕਹਿੰਦੇ ਨੇ। ਉਹ ਸੋਚ ਕਹਿੰਦੇ ਨੇ ਜਿਹੜੀ ਸੋਚ ਤੁਹਾਨੂੰ ਕਹਿੰਦੀ ਹੈ ਵੀ ਜਿੱਥੇ ਅੱਜ ਤੂੰ ਖੜਾ ਹੈਗਾ ਤੂੰ ਉੱਥੇ ਖੜਾ ਰਹੇਗਾ,
ਜਿਹੜੀ ਤੇਰੀ ਪਰੇਸ਼ਾਨੀ ਤੈਨੂੰ ਅੱਜ ਤਕਲੀਫ ਦੇ ਰਹੀ ਹੈ ਉਹ ਕਦੀ ਤੇਰੇ ਕੋਲੋਂ ਹਟੇਗੀ ਨਹੀਂ। ਇਹਨੂੰ ਕਹਿੰਦੇ ਨੇ ਨਾ ਉਮੀਦੀ ਦਿਖਾਣਾ, ਡਿਸਕਰੇਜਮੈਂਟ ਦਿਖਾਣਾ। ਤੇ ਅੱਜ ਕੱਲ ਸ਼ੈਤਾਨ ਦਾ ਸਭ ਤੋਂ ਵੱਡਾ ਹਥਿਆਰ ਹੈਗਾ ਕਿ ਜਦੋਂ ਦੇਖਦਾ ਹੈ ਕਿ ਕੋਈ ਵੀ ਚੀਜ਼ ਸਾਡੇ ਤੇ ਇੰਨੀ ਜ਼ਿਆਦਾ ਆਪਣਾ ਵਜ਼ਨ ਪਾਉਂਦੀ ਹੈ, ਇੰਨੀ ਜ਼ਿਆਦਾ ਸਾਨੂੰ ਦੁਖਦਾਈ ਹੁੰਦੀ ਹੈ, ਦੁਖਦਾਈ ਤਾਂ ਹੁੰਦੀ ਹੈ, ਪਰ ਆਪਾਂ ਨੂੰ ਲੱਗਦਾ ਕਿ ਹੁਣ ਮੇਰੀ ਜ਼ਿੰਦਗੀ ਇਹਦੇ ਨਾਲ ਹੀ ਬੀਤੇਗੀ, ਇਹਦੇ ਤੋਂ ਮੈਨੂੰ ਛੁਟਕਾਰਾ ਨਹੀਂ ਹੈ। ਤੇ ਦੂਸਰਾ ਵਰਡ ਕੀ ਹੈਗਾ? ਚੋਇਸ। ਅਸੀਂ ਖੁਦ ਚੁਣਨੇ ਆਪਣੇ ਵਾਸਤੇ ਨਾ ਉਮੀਦੀ। ਮੈਂ ਪਰਮੇਸ਼ਵਰ ਦੇ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਜਿੰਦਾ ਪਰਮੇਸ਼ਵਰ ਨੂੰ ਆਪਣਾ ਮੁਕਤੀਦਾਤਾ ਬੰਦੇ ਨੇ। ਜੇ ਤੁਸੀਂ ਉਹਨਾਂ ਨੂੰ ਆਪਣਾ ਲਾਰਡ ਐਂਡ ਸੇਵੀਅਰ ਕਰਕੇ ਨਹੀਂ ਮੰਨਿਆ ਜ਼ਿੰਦਗੀ ਵਿੱਚ, ਫਿਰ ਤੁਹਾਡੇ ਵਾਸਤੇ ਇਹ ਚੀਜ਼ ਦਾ, ਇਹ ਗੱਲਾਂ ਦਾ ਕੋਈ ਮਹੱਤਵ ਨਹੀਂ ਹੋਏਗਾ। ਪਰ ਜੇ ਤੁਸੀਂ ਉਹਨਾਂ ਨੂੰ ਆਪਣਾ ਮੁਕਤੀਦਾਤਾ ਮੰਨਿਆ, ਫਿਰ ਕੋਈ ਵੀ ਜਿਹੜਾ ਪਰਮੇਸ਼ਵਰ ਦਾ ਜਨ ਹੈਗਾ ਉਹ ਜ਼ਿੰਦਗੀ 'ਚ ਕਦੀ ਵੀ ਨਾ ਉਮੀਦ ਨਹੀਂ ਹੋ ਸਕਦਾ। ਉਹ ਕਦੀ ਨਹੀਂ ਉਹਦੇ ਦਿਮਾਗ 'ਚ ਜਾਏਗਾ ਲਾਏਗੀ ਜਿਹੜੀ ਸਮੱਸਿਆ ਅੱਜ ਮੇਰੇ ਸਿਰ ਤੇ ਹੈਗੀ ਹੈ ਉਹਦਾ ਕੋਈ ਇਲਾਜ ਨਹੀਂ ਹੈ। ਜਿਵੇਂ ਕਿ ਆਮ ਤੌਰ ਤੇ ਲੋਕ ਕਹਿੰਦੇ ਆ ਕਿ ਇਹ ਜਿਹੜੀ ਬਿਮਾਰੀ ਹੈ ਲਾ ਇਲਾਜ ਹੈ। ਲਾ ਇਲਾਜ ਦਾ ਮਤਲਬ ਇਹਦਾ ਕੋਈ ਹੱਲ ਨਹੀਂ ਹੈਗਾ। ਕਈ ਲੋਕ ਕਹਿੰਦੇ ਨੇ ਮੇਰਾ ਜਿਹੜਾ ਘਰ ਜਿਹੜੀ ਲੜਾਈਆਂ ਚਲਦੀਆਂ ਨੇ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ। ਕਿਉਂ? ਕਿਉਂਕਿ ਜੋ ਮੈਂ ਦੂਜੇ ਨੂੰ ਸਮਝਾਉਣਾ ਚਾਹੁੰਦਾ ਉਹ ਸਮਝਦਾ ਨਹੀਂ ਹੈ, ਜੋ ਉਹ ਮੈਨੂੰ ਕਹਿੰਦਾ ਉਹ ਮੈਨੂੰ ਸਮਝ ਨਹੀਂ ਆਉਂਦਾ। ਤੇ ਫਿਰ ਹੱਲ ਕਿਵੇਂ ਹੋਏਗਾ? ਤੇ ਅਸੀਂ ਇਹ ਗੱਲਾਂ ਨੂੰ ਸੋਚ ਕੇ ਆਪਣੇ ਆਪ ਨੂੰ ਨਾ ਉਮੀਦੀ 'ਚ ਪਾ ਦਿੰਦੇ ਹਾਂ, ਪਰੇਸ਼ਾਨੀ 'ਚ ਪਾ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਮੈਂ ਉਸ ਦਲਦਲ ਦੇ ਵਿੱਚ ਹੈਗਾ ਵਾਂ ਜਿੰਦੇ ਤੋਂ ਕਦੀ ਮੈਂ ਬਾਹਰ ਨਹੀਂ ਨਿਕਲਾਂਗਾ। ਤੇ ਅੱਜ ਤੁਹਾਨੂੰ ਮੈਂ 5 ਚੀਜ਼ਾਂ ਦੱਸਾਂਗਾ ਜਿਹੜੀਆਂ ਕਿ ਸਾਨੂੰ ਨਾ ਉਮੀਦ ਕਰਦੀਆਂ ਨੇ, ਜਿਹੜੇ ਸਾਨੂੰ ਦੱਸਦੀਆਂ ਨੇ ਵੀ ਹੁਣ ਬਈ ਸੱਜਣਾ ਹੁਣ ਤੇਰਾ ਕੁਝ ਹੋ ਨਹੀਂ ਸਕਦਾ, ਹੁਣ ਤੇਰਾ ਕੋਈ ਹੱਲ ਨਹੀਂ ਹੈਗਾ। ਤੇ 5 ਚੀਜ਼ਾਂ ਹੀ ਦੱਸਾਂਗਾ ਪਰਮੇਸ਼ਵਰ ਦੇ ਵਚਨ ਵਿੱਚੋਂ ਜਿਹੜੀਆਂ ਸਾਨੂੰ ਉਸ ਨਾ ਉਮੀਦੀ ਤੋਂ ਛੁਟਕਾਰਾ ਦਿਲਾ ਕੇ ਤੇ ਉਮੀਦ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ। ਅੱਜ ਦਾ ਜਿਹੜਾ ਮੇਨ ਅਸੀਂ ਗੱਲ ਕਰ ਰਹੇ ਹਾਂ ਪੁਰਾਣੇ ਨਿਯਮ ਵਿੱਚ ਬੁੱਕ ਆਫ ਨਿਮਾਇਆ ਤੋਂ ਗੱਲ ਕਰ ਰਹੇ ਹਾਂ, ਨਿਮਾਇਆ ਦੀ ਪੁਸਤਕ ਤੋਂ ਗੱਲ ਕਰ ਰਹੇ ਹਾਂ, ਜਿੰਦੇ ਵਿੱਚ ਆਪਾਂ ਦੇਖਦੇ ਹਾਂ ਕਿ ਨਿਮਾਇਆ ਜਿਹੜਾ ਇੱਕ ਯਹੂਦੀ ਸੀਗਾ ਕਿਸੇ ਟਾਈਮ ਤੇ, ਪਰ ਉਹ ਦਾਸਤਵ ਦੇ ਜੀਵਨ ਵਿੱਚ ਜਦੋਂ ਰਾਜਾ ਨੇ ਹਮਲਾ ਕੀਤਾ ਜਿੱਥੇ ਵੀ ਉਹ ਰਹਿੰਦਾ ਸੀ ਉਹਨੂੰ ਆਪਣੇ ਨਾਲ ਲਿਆਇਆ। ਤੇ ਅੱਜ ਨਿਮਾਇਆ ਜਿਹੜਾ ਹੈਗਾ ਇੱਕ ਮੈਚੋਰਡ ਆਦਮੀ ਹੈਗਾ, ਸਾਨੂੰ ਉਹਦੀ ਉਮਰ ਦਾ ਨਹੀਂ ਪਤਾ ਪਰ ਮੇਰਾ ਖਿਆਲ ਹੈ ਤਕਰੀਬਨ 40-45 ਸਾਲ ਦਾ ਹੋਣਾ ਚਾਹੀਦਾ। ਫਿਰ ਵੀ ਦਿਸ ਇਜ਼ ਮਾਈ ਆਈਡੀਆ ਓਨਲੀ, ਵਚਨ ਦੀ ਗਵਾਹੀ ਕੁਛ ਨਹੀਂ ਦਿੰਦਾ, ਪਰ ਉਹ ਜਿਸ ਤਰ੍ਹਾਂ ਦੀ ਗੱਲਾਂ ਕਰਦਾ ਉਸ ਤਰ੍ਹਾਂ ਗੱਲਾਂ ਇੱਕ ਛੋਟਪਨ ਦਾ ਬੰਦਾ ਜਾਂ ਜਵਾਨੀ ਦਾ ਬੰਦਾ ਨਹੀਂ ਕਰ ਸਕਦਾ। ਤੇ ਉਹ ਇੱਕ ਆਪਣਾ ਜੀਵਨ ਨਾ, ਉਹਦਾ ਜੀਵਨ ਬੜਾ ਅੱਛਾ ਚੱਲ ਰਿਹਾ ਸੀ। ਕਿਉਂ? ਉਹ ਜਿਹੜਾ ਰਾਜਾ ਸੀਗਾ ਉਹਦੇ ਬਿਲਕੁਲ ਨਾਲ ਰਹਿੰਦਾ ਸੀ, ਉਹਦਾ ਉਹ ਕੱਪ ਬੀਰਰ ਸੀ। ਕੱਪ ਬੀਰਰ ਉਹ ਹੁੰਦੇ ਨੇ ਜੋ ਵੀ ਰਾਜਾ ਖਾਂਦਾ ਹੈਗਾ, ਜੋ ਵੀ ਰਾਜਾ ਪੀਂਦਾ ਹੈ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਦੇ ਵਿੱਚ ਕੋਈ ਐਸੀ ਚੀਜ਼ ਤਾਂ ਨਹੀਂ ਮਿਲੀ ਜਿਹੜੀ ਨੁਕਸਾਨ ਕਰੇਗੀ। ਤੇ ਜਿਹੜਾ ਬੰਦਾ ਕਿਸੇ ਦੇ ਨਾਲ ਇੰਨਾ ਰਹਿੰਦਾ ਹੁੰਦਾ ਹੈ ਉਹ ਥੋੜਾ ਬਹੁਤ ਹੁੰਦਾ ਸਲਾਹਕਾਰ ਵੀ ਹੁੰਦਾ ਹੈ, ਥੋੜਾ ਬਹੁਤ ਉਹਨੂੰ ਰਾਏ ਦੇਣ ਵਾਲਾ ਵੀ ਹੁੰਦਾ ਹੈ। ਤੇ ਆਪਾਂ ਇਹ ਸਮਝ ਸਕਦੇ ਹਾਂ ਕਿ ਜਿਵੇਂ ਮੰਨ ਲਓ ਕੋਈ ਪ੍ਰਾਈਮ ਮਿਨਿਸਟਰ ਦਾ ਇੱਕ ਸੱਜਾ ਹੱਥ ਹੈਗਾ, ਉਹਦੇ ਨਾਲ ਹਮੇਸ਼ਾ ਰਹਿਣ ਵਾਲਾ ਬੰਦਾ ਹੈਗਾ, ਇਸ ਤਰ੍ਹਾਂ ਦਾ ਸੀਗਾ ਨਿਮਾਇਆ। ਉਹਨੂੰ ਆਪਣੀ ਜ਼ਿੰਦਗੀ ਕੋਈ ਪਰੇਸ਼ਾਨੀ ਨਹੀਂ ਸੀਗੀ, ਕੋਈ ਤਕਲੀਫ ਨਹੀਂ ਸੀਗੀ, ਖੁਸ਼ਹਾਲ ਜੀਵਨ ਸੀ, ਅੱਛਾ ਖਾਂਦਾ ਸੀ, ਅੱਛਾ ਰਹਿੰਦਾ ਸੀ। ਪਰ ਉਹਦੇ ਦਿਲ ਵਿੱਚ ਕੀ ਸੀਗਾ? ਪਰਮੇਸ਼ਵਰ ਦੇ ਪ੍ਰਤੀ ਤੇ ਪਰਮੇਸ਼ਵਰ ਦੇ ਲੋਕਾਂ ਦੇ ਪ੍ਰਤੀ ਉਹਦੇ ਦਿਲ ਵਿੱਚ ਦਰਦ ਸੀਗਾ। ਉਹ ਇੱਕ ਆਪਾਂ ਜਿਵੇਂ ਕਹਿ ਸਕਦੇ ਹਾਂ ਇੱਕ ਕੋਮਲ ਦਿਲ ਵਾਲਾ ਇਨਸਾਨ ਸੀਗਾ। ਤਾਂ ਇਹ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਨਿਮਾਇਆ ਦੇ ਪਹਿਲੇ ਚੈਪਟਰ ਵਿੱਚ
ਕਿ ਜਦੋਂ ਉਹਦੇ ਮੁਲਕ ਤੋਂ ਜਰੂਸਲਮ ਤੋਂ ਕੁਝ ਲੋਕ ਆਉਂਦੇ ਨੇ ਤੇ ਉਹਨੂੰ ਦੱਸਦੇ ਨੇ ਕਿ ਜਿਹੜਾ ਜਰੂਸਲਮ ਸ਼ਹਿਰ ਹੈਗਾ ਉਹਦੀ ਅੱਜ ਦੀ ਤਰੀਕ ਵਿੱਚ ਬੜੀ ਮਾੜੀ ਹਾਲਤ ਹੈ। ਆਮ ਤੌਰ ਤੇ ਉਸ ਸਮੇਂ ਜਿਹੜੇ ਸ਼ਹਿਰ ਹੁੰਦੇ ਸੀ ਉਹਨਾਂ ਦੇ ਚਾਰ ਦੀਵਾਰੀ ਹੁੰਦੀ ਸੀ ਕਿ ਅਚਾਨਕ ਕੋਈ ਬੰਦਾ ਆ ਕੇ ਉਹਨਾਂ ਤੇ ਹਮਲਾ ਨਾ ਕਰ ਸਕੇ, ਜਾਂ ਕਈ ਵਾਰੀ ਜਿਵੇਂ ਜੰਗਲੀ ਜਾਨਵਰਾਂ ਦਾ ਕੋਈ ਆਪਣਾ ਝੁੰਡ ਹੈਗਾ ਇੱਕਦਮ ਆ ਕੇ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਤੋ ਦੇਰ ਯੂਜ਼ ਟੂ ਬੀ ਵਾਲਡ ਸਿਟੀਜ਼, ਦੀਵਾਰਾਂ ਹੁੰਦੀਆਂ ਸੀ ਹਰ ਸ਼ਹਿਰ ਦੇ ਚਾਰੋਂ ਤਰਫ। ਤੇ ਉਹ ਦੱਸਦੇ ਨੇ ਵੀ ਜਿਹੜੀ ਜਰੂਸਲਮ ਦੀ ਦੀਵਾਰਾਂ ਨੇ ਉਹ ਤਾਂ ਸਾਰੀਆਂ ਗਿਰੀਆਂ ਹੋਈਆਂ ਨੇ, ਤੇ ਜਿਹੜੇ ਸ਼ਹਿਰ ਦੀ ਦੀਵਾਰਾਂ ਗਿਰੀਆਂ ਹੁੰਦੀਆਂ ਨੇ ਉਹਨਾਂ ਦੇ ਲੋਕਾਂ ਦੀ ਵੀ ਉਹੀ ਹਾਲਤ ਹੁੰਦੀ ਹੈ। ਆਪਾਂ ਜੇ ਕਿਸੇ ਦੇ ਘਰ ਜਾਈਏ ਤੇ ਆਪਾਂ ਦੇਖੀਏ ਕਿ ਉਹਦਾ ਦਰਵਾਜ਼ਾ ਟੁੱਟਾ ਹੋਇਆ ਹੈਗਾ, ਉਹਦਾ ਘਰੇ ਪੁਰਾਣਾ ਫਰਨੀਚਰ ਹੈਗਾ, ਸਾਨੂੰ ਕੀ ਦੱਸਦਾ? ਸਾਨੂੰ ਦੱਸਦਾ ਕਿ ਇਸ ਇਨਸਾਨ ਜਾਂ ਇਸ ਪਰਿਵਾਰ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ, ਬਹੁਤ ਜ਼ਿਆਦਾ ਉਥਲ ਪੁਥਲ ਹੈਗੀ ਹੈ, ਹਰ ਚੀਜ਼ ਜਿਹੜੀ ਹੈਗੀ ਹੈ ਉਹ ਅਨਆਰਗੇਨਾਈਜ਼ਡ ਹੈਗੀ ਹੈ। ਜ਼ਰੂਰੀ ਨਹੀਂ ਕਿ ਆਪਾਂ ਦੇ ਘਰ ਮਹਿੰਗਾ ਫਰਨੀਚਰ ਹੋਵੇ, ਪਰ ਜੋ ਵੀ ਸਾਡੇ ਘਰ ਹੈਗਾ ਜੇ ਉਹਨੂੰ ਤਰੀਕੇ ਨਾਲ ਆਪਾਂ ਰੱਖਿਆ ਹੋਵੇ ਤੇ ਉਹ ਇੱਕ ਅੱਛੀ ਸ਼ਕਲ ਦਿੰਦਾ ਹੈ। ਪਰ ਜੇ ਸਾਡੇ ਆਪਣੇ ਮਨਾਂ ਵਿੱਚ ਹੀ ਸ਼ਾਂਤੀ ਨਹੀਂ ਹੋਏਗੀ, ਜੇ ਸਾਡੇ ਮਨ ਹਮੇਸ਼ਾ ਹੀ ਪਰੇਸ਼ਾਨ ਹੋਣਗੇ, ਅਸੀਂ ਡਿਸਕਰੇਜ ਹੋਵਾਂਗੇ, ਡਿਪਰੈਸ਼ਨ ਵਿੱਚ ਹੋਵਾਂਗੇ, ਘਰ ਦੇ ਵਿੱਚ ਮਨ ਮੁਟਾਵ ਵਿੱਚ ਜ਼ਿੰਦਗੀ ਚੱਲਦੀ ਹੋਏਗੀ, ਤੇ ਉਹ ਘਰ ਜਦੋਂ ਤੁਸੀਂ ਐਂਟਰ ਕਰੋਗੇ ਉਹ ਘਰ ਦੀ ਸ਼ਕਲ ਤੁਹਾਨੂੰ ਦੱਸ ਦੇਗੀ 9 ਆਊਟ ਆਫ 10 ਟਾਈਮ ਵੀ ਇੱਥੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੇ ਮਨਾਂ ਦੀ ਕੀ ਕੰਡੀਸ਼ਨ ਹੈ। ਕੁਝ ਲੋਕ ਛੁਪਾ ਸਕਦੇ ਨੇ, ਪਰ ਤਈਓ ਮੈਂ ਕਿਹਾ 10 ਚੋਂ 9 ਬੰਦਿਆਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਨਾਂ ਦੇ ਘਰ ਦੀ ਕੀ ਕੰਡੀਸ਼ਨ ਹੈ। ਹੁਣ ਤੇ ਜਿਵੇਂ ਮੈਂ ਗੱਲ ਕੀਤੀ ਜੇ ਡਿਸਕਰੇਜਮੈਂਟ ਹੈਗੀ ਉਹ ਇੱਕ ਚੁਆਇਸ ਹੈਗੀ ਹੈ। ਜਦੋਂ ਨਿਮਾਇਆ ਨੂੰ ਪਤਾ ਲੱਗਿਆ ਕਿ ਜਦੋਂ ਉਹਦੇ ਆ ਕੇ ਉਹਨੇ ਲੋਕਾਂ ਨੇ ਕਿਹਾ ਬਈ ਜਰੂਸਲਮ ਜਿੱਥੇ ਤੇਰੇ ਮਾਂ-ਬਾਪ ਦਾ निमाया 2 ਦਾ ਕਹਿੰਦਾ ये बातें सुनते ही जो उन्होंने दोस्तों ने आके उनके रिश्तेदारों ने जो जेरूसलम तो आए थे दसियां, ये बातें सुनते ही मैं बैठकर रोने लगा। कितने दिन तक मैं विलाप करता रहा और स्वर्ग के परमेश्वर के सम्मुख उपवास करता और यह कहकर प्रार्थना करता रहा कि जो निमाया नूं पता लग्या ਉਹਦਾ ਆਪਣਾ ਉਸ ਇਹ ਸਾਰੀ ਗੱਲ ਵਿੱਚ ਕੋਈ ਮਤਲਬ ਨਹੀਂ ਹੈਗਾ। ਉਹਦਾ ਕੋਈ ਆਪਣਾ ਜਿਵੇਂ ਉਹਦੇ ਬੱਚੇ ਰਹਿੰਦੇ ਹੋਣ ਜਾਂ ਉਹਦੇ ਮਾਂ-ਪਿਓ ਰਹਿੰਦੇ ਹੋਣ, ਐਸਾ ਕੁਝ ਵੀ ਨਹੀਂ ਹੈ। ਉਹ ਬਹੁਤ ਸਮੇਂ ਤੋਂ ਰਾਜਾ ਦੇ ਜਗ੍ਹਾ ਤੇ ਰਹਿ ਰਿਹਾ, ਪਰ ਜਦੋਂ ਉਹਨੂੰ ਆਪਣੇ ਲੋਕਾਂ ਦੇ ਬਾਰੇ, ਆਪਣੇ ਲੋਕ ਦਾ ਮਤਲਬ ਉਹਦੀ ਟ੍ਰਾਈਬ ਦੇ ਬਾਰੇ, ਉਹਦੀ ਜਾਤੀ ਦੇ ਲੋਕਾਂ ਦੇ ਬਾਰੇ ਪਤਾ ਲੱਗਿਆ ਕਿ ਜਿਸ ਹਾਲਾਤ ਵਿੱਚ ਰਹਿ ਰਹੇ ਨੇ ਉਹ ਹਾਲਾਤ ਜਿਹੜੇ ਹੈਗੇ ਨੇ ਉਹ ਬੜੇ ਖਰਾਬ ਨੇ। ਅਸੀਂ ਨਿਊਜ਼ਪੇਪਰ ਉਠਾਉਂਦੇ ਹਾਂ ਮੰਨ ਲਓ ਤੇ ਅਸੀਂ ਦੇਖਦੇ ਹਾਂ ਬਈ ਕਿਧਰੇ ਇਰਾਕ ਵਿੱਚ ਜਾਂ ਈਰਾਨ ਵਿੱਚ ਜਾਂ ਲੀਬੀਆ ਵਿੱਚ ਕਿੱਥੇ ਬੰਬ ਧਮਾਕਾ ਹੋਇਆ ਤੇ 1000 ਬੰਦਾ ਮਰ ਗਿਆ ਜਾਂ 500 ਬੰਦਾ ਮਰ ਗਿਆ। ਮੈਂ ਗਰੰਟੀ ਨਾਲ ਕਹਿ ਸਕਦਾ ਕਿ 95% ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਉਹ ਨਿਊਜ਼ ਦਾ ਦਿਲ ਤੇ ਕੋਈ ਅਸਰ ਨਹੀਂ ਹੁੰਦਾ। ਜੇ ਟੀਵੀ ਤੇ ਚੱਲ ਰਿਹਾ ਹੁੰਦਾ ਤਾਂ ਨਿਊਜ਼ ਅੱਗੇ ਚਲੀ ਜਾਂਦੇ, ਦੂਸਰੀ ਨਿਊਜ਼ ਜਿਹੜੀ ਚੱਲ ਰਹੀ ਹੁੰਦੀ ਹੈ ਉਸ ਤਰਫ ਉਹਨਾਂ ਦਾ ਧਿਆਨ ਹੋ ਜਾਂਦਾ। ਜੇ ਤੁਸੀਂ ਨਿਊਜ਼ਪੇਪਰ ਵਿੱਚ ਪੜ੍ਹ ਰਹੇ ਹੋ ਤੇ ਤੁਸੀਂ ਉਸ ਤੋਂ ਬਾਅਦ ਵਰਕਾ ਪਲਟ ਦਿੰਦੇ ਹੋ, ਪੇਜ ਚੇਂਜ ਕਰ ਦਿੰਦੇ ਹੋ, ਦੂਸਰੀ ਨਿਊਜ਼ ਪੜ੍ਹਨ ਲੱਗ ਜਾਂਦੇ ਹੋ। ਪਰ ਤੁਸੀਂ ਇਹ ਸੋਚਿਆ ਕਿ ਕੀ ਤੁਸੀਂ ਪੜ੍ਹਿਆ ਹੁਣੇ 1000 ਬੰਦਾ ਜਿਹੜਾ ਹੈਗਾ ਉਹ ਇੱਕ ਦਰਦਨਾਕ ਮੌਤ ਦਾ ਸ਼ਿਕਾਰ ਹੋਇਆ, ਪਰ ਕਿਉਂਕਿ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈਗਾ, ਅਸੀਂ ਉਹਨਾਂ ਨੂੰ ਕਦੀ ਮਿਲੇ ਨਹੀਂ ਹੈਗੇ, ਸਾਡੀ ਉਹਨਾਂ ਨਾਲ ਕੋਈ ਜਾਣਕਾਰੀ ਨਹੀਂ ਹੈਗੀ,
ਇਸ ਕਰਕੇ ਸਾਨੂੰ ਕੋਈ ਅਸਰ ਨਹੀਂ ਹੁੰਦਾ। ਪਰ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ 'ਚ ਆ ਜਾਂਦੇ ਹੈਗੇ ਆ ਤੇ ਸਾਡਾ ਪਰਿਵਾਰ ਹੀ ਸਾਡਾ ਪਰਿਵਾਰ ਨਹੀਂ ਹੁੰਦਾ। ਅਸੀਂ ਜਿਹੜੀ ਪਰਮਾਤਮਾ ਦੀ ਪੂਰੀ ਕਲੀਸਿਆ ਹੈਗੀ ਏ, ਪੂਰੀ ਚਰਚ ਹੈਗੀ ਏ, ਚਰਚ ਉਹ ਹੈਗੀ ਹੈ ਜਿਹੜੇ ਆਈ ਐਮ ਅ ਚਰਚ, ਯੂ ਆਰ ਅ ਚਰਚ। ਜੇ ਅਸੀਂ ਚਰਚ ਨੂੰ ਬਿਲਡਿੰਗ ਮੰਨੀ ਹੈ ਤੇ ਇਹਦਾ ਮਤਲਬ ਹੈ ਅਸੀਂ ਅਜੇ ਵੀ ਪਰਮੇਸ਼ਰ ਦੇ ਵਚਨਾਂ ਨੂੰ ਘੱਟ ਸਮਝਦੇ ਹਾਂ। ਚਰਚ ਦੀ ਬਿਲਡਿੰਗ ਤਾਂ ਇੱਕ ਜਗ੍ਹਾ ਹੈਗੀ ਹੈ ਜਿੱਥੇ ਸਾਰੇ ਜਾ ਕੇ ਲੋਕੀ ਮਿਲਦੇ ਨੇ। ਪਰ ਤੁਸੀਂ ਚਰਚ ਕਿਉਂ ਹੈਗੇ ਹੋ ਕਿ ਜਦੋਂ ਜਾ ਕੇ ਤੁਸੀਂ ਕਿਸੇ ਨੂੰ ਪਰਮੇਸ਼ਰ ਦਾ ਵਚਨ ਦਿੰਦੇ ਹੋ, ਉਹਨੂੰ ਤਸੱਲੀ ਦਿੰਦੇ ਹੋ, ਉਹਦੇ ਜੀਵਨ ਦੀ ਤਬਦੀਲੀ ਲੈ ਕੇ ਆਉਂਦੇ ਹੋ, ਤੇ ਤੁਸੀਂ ਚਰਚ ਹੈਗੇ ਹੋ। ਕਿਉਂਕਿ ਜੋ ਪਰਮੇਸ਼ਵਰ ਨੇ ਆਪਾਂ ਨੂੰ ਗ੍ਰੇਟ ਕਮਿਸ਼ਨ ਦਿੱਤਾ ਮਤੀ 28 ਦੇ ਲਾਸਟ 2 ਵਰਸਾਂ 'ਚ, ਤੁਸੀਂ ਉਹ ਪੂਰਾ ਕਰਦੇ ਪਏ ਹੋ। ਹੁਣ ਨਿਮਾਇਆ ਦਾ ਅਸੀਂ ਕੀ ਦੇਖਿਆ ਕਿ ਉਹਨੇ ਉਦਾਸ ਹੋ ਗਿਆ, ਉਹਦਾ ਦਿਲ ਟੁੱਟ ਗਿਆ। ਉਹ ਕਹਿੰਦਾ ਮੈਂ ਕਈ ਦਿਨਾਂ ਤੱਕ ਰੋਂਦਾ ਰਿਹਾ ਤੇ ਉਪਵਾਸ ਵਿੱਚ ਰਿਹਾ। ਹੁਣ ਕੀ ਹੈ, ਐਸੇ ਹਾਲਾਤ ਵਿੱਚ ਕੀ ਹੁੰਦਾ ਕਿ ਬੰਦਾ ਐਕਸ਼ਨ ਕਰਨਾ ਚਾਹੁੰਦਾ ਹੈ, ਜਿਹੜੇ ਕਿ ਬਹੁਤ ਘੱਟ ਲੋਕ ਕਰਦੇ ਨੇ। ਜਦੋਂ ਵੀ ਸਾਨੂੰ ਕਿਸੇ ਬਾਰੇ ਪਤਾ ਲੱਗਦਾ ਹੈ, ਕਿਸੇ ਦੇ ਹਾਲਾਤਾਂ ਦਾ ਪਤਾ ਲੱਗਦਾ ਹੈ। ਹੁਣ ਨਿਮਾਇਆ ਨੇ ਕੀ ਕੀਤਾ ਕਿ ਉਹਨੇ ਜੋ ਵੀ ਕੁਝ ਸੀਗਾ ਉਹ ਪਰਮੇਸ਼ਵਰ ਦੇ ਅੱਗੇ ਰੱਖਿਆ। ਜਦੋਂ ਅਸੀਂ ਪਰਮੇਸ਼ਵਰ ਦੇ ਅੱਗੇ ਰੱਖਨੇ ਆ ਤੇ ਪਰਮੇਸ਼ਵਰ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ। ਇਸ ਕਰਕੇ ਅਸੀਂ ਰੋਜ਼ ਕਹਿੰਦੇ ਆ ਤੁਹਾਡੀ ਆਪਣੀ ਸਮਝ ਦਾ ਸਹਾਰਾ ਲੈਣਾ ਤੇ ਪਰਮੇਸ਼ਵਰ ਦੀ ਸਮਝ ਦਾ ਸਹਾਰਾ ਲੈਣਾ, ਇਹ 2 ਅਲੱਗ-ਅਲੱਗ ਗੱਲਾਂ ਨੇ। ਜੇ ਅਸੀਂ ਆਪਣੀ ਸਮਝ ਦੇ ਨਾਲ ਚੱਲਦੇ ਰਵਾਂਗੇ ਤੇ ਸਾਡੇ ਜਿਹੜੇ ਨਤੀਜੇ ਨਿਕਲਣਗੇ ਉਹ ਇੰਨੇ ਬਿਹਤਰ ਨਹੀਂ ਨਿਕਲਣਗੇ, ਅਕਸਰ ਖਰਾਬ ਨਿਕਲਣਗੇ। ਪਰ ਜੇ ਅਸੀਂ ਪਰਮੇਸ਼ਵਰ ਦਾ ਸਹਾਰਾ ਲੈਣਾ ਹੈ ਗਿਆ ਤੇ ਪਰਮੇਸ਼ਵਰ ਦਾ ਕੀ ਹੈ, ਹੀ ਇਜ਼ ਦਾ ਬਿਗਨਿੰਗ ਆਫ ਵਿਜ਼ਡਮ, ਵਿਜ਼ਡਮ ਕਮਸ ਫਰਮ ਹਿਮ। ਅਸੀਂ ਇੱਥੇ ਜਿਹੜੇ ਵੀ ਗੱਲਾਂ ਕਰ ਰਹੇ ਹਾਂ ਇਹ ਸਾਰੇ ਕੀ ਹੈ, ਮੇਰੇ ਨਾਲ ਖਿਆਲ ਨਹੀਂ ਹੈ, ਜਾਂ ਤੁਸੀਂ ਕਿਧਰੇ ਹੋਰ ਕਿਧਰੇ ਪ੍ਰਚਾਰ ਸੁਣਦੇ ਹੋ ਤੇ ਉਹਨਾਂ ਦੇ ਖਿਆਲ ਵੀ ਨਹੀਂ ਨੇ। ਐਸ ਕੀ ਹੈ, ਪਰਮੇਸ਼ਵਰ ਦੇ ਵਚਨਾਂ ਦੀਆਂ ਗੱਲਾਂ ਹੈਗੀਆਂ ਨੇ। ਤੇ ਆਪਾਂ ਕਿਉਂ ਨਾ ਉਮੀਦ ਹੁੰਨੇ, ਆਪਾਂ ਦੇਖਨੇ ਆ, ਫਿਰ ਆਪਾਂ ਇਨ ਬਰੀਫ ਦੱਸ ਦੇਣਾ ਤੁਹਾਨੂੰ ਮੈਂ ਕਿ ਇੱਕ ਦਿਨ ਰਾਜਾ ਉਹਨੂੰ ਪੁੱਛਦਾ ਨਿਮਾਇਆ ਨੂੰ ਵੀ ਤੂੰ ਉਦਾਸ ਕਿਉਂ ਹੈਗਾ, ਤੇ ਉਹ ਦੱਸਦਾ ਕਿ ਮੇਰਾ ਇਸ ਤਰ੍ਹਾਂ ਮੇਰਾ ਜਿਹੜਾ ਜਿੱਥੇ ਮੇਰੇ ਆਪਣਾ ਪੁਸ਼ਤਾਂ ਦੀ ਜਗ੍ਹਾ ਹੈਗੀ ਹੈ ਉੱਥੇ ਕੀ ਹੈਗਾ, ਸਭ ਕੁਝ ਤਹਿਸ ਨਹਿਸ ਹੈਗਾ, ਲੋਕ ਬੜੇ ਬੁਰੀ ਹਾਲਾਤ ਵਿੱਚ ਜੀ ਰਹੇ ਹੈਗੇ ਨੇ। ਤੇ ਫਿਰ ਰਾਜਾ ਉਹਨੂੰ ਕਹਿੰਦਾ ਵੀ ਤੂੰ ਕੀ ਚਾਹੁੰਦਾ ਹੈ, ਤੇ ਉਹ ਕਹਿੰਦਾ ਮੈਂ ਰੱਬ ਨੂੰ ਪ੍ਰਾਰਥਨਾ ਕੀਤੀ। ਹੋ ਸਕਦਾ ਉਹਨੇ 10 ਸੈਕਿੰਡ ਜਾਂ 15 ਸੈਕਿੰਡ ਜਾਂ 30 ਸੈਕਿੰਡ ਦੀ ਪ੍ਰਾਰਥਨਾ ਕੀਤੀ ਤੇ ਰਾਜਾ ਨੂੰ ਕਿਹਾ ਵੀ ਮੈਂ ਚਾਹੁੰਦਾ ਕਿ ਮੈਂ ਆਪਣੇ ਦੇਸ਼ ਵਾਪਸ ਜਾਵਾਂ। ਤੇ ਰਾਜਾ ਕਹਿੰਦਾ ਕਿ ਤੈਨੂੰ ਮੇਰੇ ਕੋਈ ਮਦਦ ਚਾਹੀਦੀ ਹੈ। ਉਹ ਕਹਿੰਦਾ ਹਾਂ ਬਿਲਕੁਲ ਚਾਹੀਦੀ ਹੈ, ਕਿ ਜਿਹੜਾ ਲੱਕੜ ਦਾ ਸਮਾਨ ਹੈ, ਜੋ ਵੀ ਸਮਾਨ ਹੈ, ਲੋਕ ਨਾਲ ਚਾਹੀਦੇ ਨੇ ਜਿਹੜੇ ਮਦਦ ਕਰਨ। ਤੇ ਰਾਜਾ ਉਹਨੂੰ ਕਹਿੰਦਾ ਵੀ ਜੋ ਜੋ ਤੈਨੂੰ ਚਾਹੀਦਾ ਸਭ ਕੁਝ ਮੈਂ ਤੈਨੂੰ ਚਿੱਠੀ ਲਿਖ ਕੇ ਦੇ ਦਿੰਦਾ, ਤੂੰ ਜਾ ਕੇ ਲੈ ਸਕਦਾ ਹੈ। ਤੇ ਉਹਨਾਂ ਨੇ ਇੱਕ ਟਾਈਮ ਮੁਕਰਰ ਕੀਤਾ ਕਿ ਇੰਨੇ ਟਾਈਮ ਤੋਂ ਤੱਕ ਨਿਮਾਇਆ ਦੀ ਛੁੱਟੀ ਹੈਗੀ ਹੈ, ਨਿਮਾਇਆ ਜਾ ਕੇ ਕੰਮ ਕਰ ਸਕਦਾ। ਹੁਣ ਦਿਸ ਵਾਸ ਦਾ ਫਰਸਟ ਸਟੈਪ which was driven by God, ਕਿਉਂਕਿ ਉਹ ਜਿਹੜਾ ਰਾਜਾ ਸੀ ਉਹ ਪ੍ਰਭੂ ਯਹੋਵਾ ਪਰਮੇਸ਼ਵਰ ਨੂੰ ਮੰਨਣ ਵਾਲਾ ਨਹੀਂ ਸੀ ਤੇ ਨਿਮਾਇਆ ਯਹੋਵਾ ਪਰਮੇਸ਼ਵਰ ਨੂੰ ਮੰਨਦਾ ਸੀ। ਉਹ ਪੇਗਨ ਕਿੰਗ ਸੀ, ਪਰ ਫਿਰ ਵੀ ਪਰਮੇਸ਼ਵਰ ਕੀ ਹੈ, ਹਰ ਕਿਸੇ ਦਾ ਦਿਲ ਪਰਮੇਸ਼ਵਰ ਦੇ ਹੱਥ 'ਚ ਹੈਗਾ। ਇਸ ਕਰਕੇ ਜੇ ਤੁਸੀਂ ਕਿਸੇ ਐਸੀ ਸਮੱਸਿਆ 'ਚ ਹੈਗੇ ਹੋ, ਤੁਸੀਂ ਕਹਿੰਦੇ ਵੀ ਜਿਹੜਾ ਬੰਦਾ ਮੇਰਾ ਕੰਮ ਸਿੱਧਾ ਕਰ ਸਕਦਾ ਹੈ ਉਹ ਤਾਂ ਪ੍ਰਭੂ ਨੂੰ ਮੰਨਦਾ ਹੀ ਨਹੀਂ ਹੈਗਾ। ਪਰ ਤੁਹਾਡੇ ਵਾਸਤੇ ਸ਼ੁਭ ਸਮਾਚਾਰ ਹੈਗਾ ਕਿ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਿਕੋਜ਼ ਆਵਰ ਗॉड ਕੰਟਰੋਲਸ ਦੀ ਹਾਰਟ ਆਫ ਐਵਰੀਵਨ।
ਭਾਵੇਂ ਕੋਈ ਮੰਨਣ ਵਾਲਾ ਹੈਗਾ, ਭਾਵੇਂ ਕੋਈ ਮੰਨਣ ਵਾਲਾ ਨਹੀਂ ਹੈਗਾ। ਹੁਣ ਤਾਂ ਆਪਾਂ ਦੇਖਦੇ ਨਹੀਂ ਕਿ ਨਿਮਾਇਆ ਉੱਥੇ ਪਹੁੰਚ ਜਾਂਦਾ ਹੈ, ਪਰ ਜਦੋਂ ਉੱਥੇ ਪਹੁੰਚ ਜਾਂਦਾ ਹੈ ਤੇ ਉਹਨੂੰ ਕੀ ਐਕਸਪੀਰੀਅੰਸ ਕਰਨਾ ਪੈਂਦਾ ਹੈ। ਜਿਹੜਾ ਪਹਿਲਾ ਪੁਆਇੰਟ ਹੈਗਾ ਮੈਂ ਤੁਹਾਨੂੰ ਦੱਸਿਆ, ਕਿਹੜੀ ਚੀਜ਼ ਆਪਾਂ ਨੂੰ ਡਿਸਕਰੇਜ ਕਰਦੀਆਂ ਨੇ, ਡਿਸਅਪਾਇੰਟਮੈਂਟ ਫਰੋਮ ਪੀਪਲ। ਆਪਾਂ ਕਹਿੰਦੇ ਆਈ ਐਮ ਟਾਇਰਡ ਐਂਡ ਵੋਰਨ ਆਊਟ, ਮੈਂ ਥੱਕ ਗਿਆ, ਮੇਰੇ ਕੋਲ ਹੋਰ ਨਹੀਂ ਹੁੰਦਾ। ਟਰੈਸ਼ ਐਂਡ ਰਬਰ, ਅਸੀਂ ਕਹਿੰਦੇ ਮੇਰੇ ਜਿਹੜੇ ਹਾਲਾਤ ਨੇ ਸਭ ਕਚਰਾ ਹੈਗੇ ਨੇ, ਕੁਝ ਸਮਝ ਨਹੀਂ ਆਉਂਦਾ। ਚੌਥਾ ਹੈਗਾ ਫੀਅਰ ਆਫ ਪੀਪਲ ਔਰ ਫੋਕਸ ਔਨ ਪੀਪਲ। ਜਦੋਂ ਅਸੀਂ ਲੋਕਾਂ ਤੋਂ ਘਬਰਾ ਜਾਂਦੇ ਆ ਜਾਂ ਅਸੀਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਆ, ਸਾਡਾ ਧਿਆਨ ਲੋਕਾਂ 'ਤੇ ਹੁੰਦਾ ਹੈ। ਤੇ ਆਖਰੀ ਪੰਜਵਾਂ ਕੀ ਹੈਗਾ, ਲਾਸ ਆਫ ਕੌਨਫੀਡੈਂਸ। ਜਦੋਂ ਅਸੀਂ ਪਰਮੇਸ਼ਵਰ ਤੇ ਆਪਣਾ ਵਿਸ਼ਵਾਸ ਖੋ ਦਿੰਦੇ ਹੈਗੇ ਆ, ਫੇਰ ਕੀ ਹੁੰਦਾ, ਸਾਨੂੰ ਸਿਰਫ ਤੇ ਸਿਰਫ ਨਾ ਉਮੀਦੀ ਹੁੰਦੀ ਹੈ, ਡਿਸਕਰੇਜਮੈਂਟ ਹੁੰਦਾ ਹੈ। ਸਾਨੂੰ ਲੱਗਦਾ ਹੈ ਕਿ ਹੁਣ ਮੇਰਾ ਕੁਝ ਨਹੀਂ ਹੋ ਸਕਦਾ, ਮੇਰੀ ਸਮੱਸਿਆ ਦਾ ਵੀ ਕੁਝ ਨਹੀਂ ਹੋ ਸਕਦਾ। ਤੇ ਡਿਸਅਪਾਇੰਟਮੈਂਟ ਫਰਮ ਪੀਪਲ। ਹੁਣ ਨਿਮਾਇਆ ਤਾਂ ਦੂਸਰੀ ਜਗ੍ਹਾ ਤੋਂ ਜਰੂਸਲਮ ਗਿਆ ਤਾਂ ਕਿ ਲੋਕਾਂ ਦੀ ਭਲਾਈ ਕਰ ਸਕੇ, ਪਰ ਹਰ ਜਗ੍ਹਾ ਤੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਜ਼ਰੂਰੀ ਨਹੀਂ ਕਿ ਤੁਸੀਂ ਤੇ ਮੈਂ ਜਿੱਥੇ ਜਾਈਏ ਉੱਥੇ ਸਾਰੇ ਐਸੇ ਲੋਕ ਮਿਲਣ ਜਿਹੜੇ ਸਾਡੇ ਹੱਕ ਦੇ ਹੋਣ। ਇਸ ਤਰ੍ਹਾਂ ਕਦੀ ਹੁੰਦਾ ਨਹੀਂ ਹੈ। We will always come across people of different opinion. Always come across people who are in our favor and who are against us. ਪਰ ਸਾਡੇ ਨਾਲ ਤਾਂ ਪਰਮੇਸ਼ਵਰ ਹੈਗਾ ਹਮੇਸ਼ਾ, ਜਿਹੜਾ ਕਿ always in our favor ਹੈਗਾ। ਇਸ ਕਰਕੇ ਸਾਨੂੰ ਲੋਕਾਂ ਤੋਂ ਡਿਸਅਪਾਇੰਟ ਨਹੀਂ ਹੋਣਾ ਚਾਹੀਦਾ। ਉਹੀ ਚੀਜ਼ ਨਿਮਾਇਆ ਦੇ ਸਾਹਮਣੇ ਆਈ। ਨਿਮਾਇਆ 4 ਦਾ 1 ਤੋਂ 3 ਕੀ ਕਹਿੰਦਾ ਆਪਾਂ ਦੇਖਦੇ ਹਾਂ। ਹੁਣ ਉੱਥੇ ਜਿੱਥੇ ਜਾਂਦਾ ਉੱਥੇ 3 ਐਸੇ ਲੋਕ ਹੈਗੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਕੋਈ ਆ ਕੇ ਉੱਥੇ ਸਰਦਾਰੀ ਕਰੇ। ਹੁਣ ਅਗਰ ਕਿਸੇ ਨੂੰ ਕੋਈ ਕੰਮ ਕਰਨਾ ਚਾਹੀਦਾ, ਉਹ ਕੰਮ ਉਹ ਨਹੀਂ ਕਰਦਾ, ਪਰ ਬਾਹਰੋਂ ਆ ਕੇ ਦੂਸਰਾ ਕਰਦਾ ਹੈ ਤੇ ਉਹ ਬੰਦਾ ਉਹਨੂੰ ਉਹ ਕੰਮ ਕਰਨ ਨਹੀਂ ਦਿੰਦਾ, ਕਿਉਂਕਿ ਉਹਨੂੰ ਲੱਗਦਾ ਵੀ ਜੋ ਕੰਮ ਮੈਨੂੰ ਕਰਨਾ ਚਾਹੀਦਾ ਮੈਂ ਨਹੀਂ ਕੀਤਾ, ਕੋਈ ਗੱਲ ਨਹੀਂ ਉਹਦੇ ਹਿਸਾਬ ਨਾਲ। ਪਰ ਜੇ ਕੋਈ ਦੂਸਰਾ ਕਰੇਗਾ ਤੇ ਉਹ ਲੋਕੀ ਉਹਨੂੰ ਅੱਛਾ ਸਮਝਣਗੇ, ਮੈਨੂੰ ਬੁਰਾ ਸਮਝਣਗੇ। ਤੇ ਬਿਨਾ ਮਤਲਬ ਤੇ ਉਹ ਜਿਹੜਾ ਬੰਦੇ ਦੂਸਰੇ ਲੋਕ ਕੀ ਅੜਚਨਾ ਪਾਉਂਦੇ ਨੇ। ਤੇ ਉੱਥੇ ਦੇ ਵੀ 3 ਲੋਕ ਸੀਗੇ ਜਿਹੜੇ ਆਪਣੇ ਆਪ ਨੂੰ ਉੱਥੇ ਦਾ ਲੀਡਰ ਸਮਝਦੇ ਸੀ, ਤੇ ਉਹਨਾਂ ਨੇ ਅੱਛੇ ਕੰਮ ਵਿੱਚ ਵੀ ਅੜਚਨਾ ਪਾਣੇ ਸ਼ੁਰੂ ਕੀਤੇ। ਕਿਵੇਂ ਕੀਤਾ? ਉਹਨੇ ਕੀ ਕਹਿੰਦਾ, ਜਦੋਂ ਉਹਨਾਂ 3 ਨੇ ਸੁਨਿਆ ਕੀ ਕਹਿੰਦਾ, वे अपने भाइयों की जब सम्मत ने सुना कि यहूदी लोग शहर पना को बना रहे हैं, तब उन्होंने बुरा माना और बहुत ही रिसियाकर यहूदियों को ठट्ठों में उड़ाने लगे। पहला काम की किया उन्होंने बुरा मनिया भी दूसरा बंदा आके साडा शहर विच अच्छा काम कर रहा है। फिर की है, उन्होंने उन्होंने गल्लां नूं ठट्ठा ही चुड़ाया, मजाक उड़ाना शुरू किया भी यह किवें कुछ कर सकते हैं, यह तो चंद लोग हैगे ने ते असीं तां इत्थे दे रहन वाले हैगे आ। जे साडे कोल कुछ नहीं होया, जे असीं दीवारां नहीं बना सके ते बाहरों आके कुछ लोग किवें बना लेंगे। तो उन्होंने की किया, वो कहते ये निर्बल यहूदी क्या कर सकते हैं? क्या ये वे काम अपने बल से करेंगे? क्या वे ये अपना स्थान दृढ़ करेंगे? क्या वे यज्ञ करेंगे? क्या वे आज ही सब कुछ निपटा देंगे? क्या ये मिट्टी के ढेरों के जले हुए पत्थरों को नए तरीके से खड़ा करेंगे? फिर वर्ष 3 की कहते ने, उनके पास जो ओमानी तबीयत था उसने कहने लगा कि जो कुछ वे बना रहे हैं, यदि कोई गीदड़ भी उस पर चढ़ जाए तो उसकी बनाई हुई पत्थर की शहर पना को तोड़ देगा। हुण डिसअपॉइंट उन्होंने की किया, मजाक उड़ाना शुरू किया। वो कहंदा है कमजोर लोग ने, कमजोर लोगों ने सोचा वड्डा काम करन दा,
ਇਹ ਕਹਿੰਦਾ ਜਿਹੜਾ ਕੰਮ ਕਰਦੇ ਪਏ ਨੇ, ਜੇ ਮਾੜੀ ਮੋਟੀ ਕੋਈ ਛੋਟੀ ਮੋਟੀ ਕੰਧ ਖੜੀ ਵੀ ਕਰ ਲੈਣਗੇ ਤੇ ਜੇ ਕੋਈ ਛੋਟਾ ਮੋਟਾ ਜਾਨਵਰ ਉੱਤੇ ਖੜਾ ਹੋਏਗਾ ਤਾਂ ਕੰਧ ਗਿਰ ਜਾਏਗੀ। ਜਦੋਂ ਤੁਸੀਂ ਵੀ ਕੋਈ ਵੱਡਾ ਕੰਮ ਕਰਨ ਜਾਂਦੇ, ਲੋਕੀ ਕਹਿੰਦੇ ਨੇ ਯਾਰ ਤੇਰੇ ਵੱਸ ਦਾ ਕਿੱਥੋਂ ਹੈਗਾ, ਤੂੰ ਥੋੜੀ ਇਹ ਕੰਮ ਕਰ ਸਕਦਾ, ਤੇਰੀ ਥੋੜੀ ਇਹ ਕਾਬਲੀਅਤ ਹੈਗੀ ਹੈ। ਕੀ ਹੈਗਾ? ਲੋਕੀ ਤੁਹਾਨੂੰ ਡਿਸਅਪੁਆਇੰਟ ਕਰਦੇ ਨੇ, ਲੋਕੀ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਆਪਾਂ ਦੀ ਮਰਜ਼ੀ ਹੈ ਕਿ ਅਸੀਂ ਲੋਕਾਂ ਦੇ ਵਿਸ਼ਵਾਸ ਕਰਨਾ, ਉਹਨਾਂ ਦੀ ਗੱਲਾਂ ਸੁਣ ਲੈਣੀਆਂ ਨੇ, ਜਾਂ ਅਸੀਂ ਪਰਮੇਸ਼ਵਰ ਦੇ ਵਿਸ਼ਵਾਸ ਕਰਨਾ ਜਿਹੜੇ ਸਾਡੇ ਨਾਲ ਹੈਗੇ ਨੇ, ਜਿਨ੍ਹਾਂ ਨੇ ਕਿਹਾ ਕਿ ਮੈਂ ਤੁਝੇ ਨਾ ਤਾਂ ਕभी छोड़ूंगा और ना त्यागूंगा। ਚੋਇਸ ਸਾਡੇ ਹੱਥ ਹੁੰਦੀ ਹੈ। ਨਿਮਾਇਆ ਦੇ ਹੱਥ ਵਿੱਚ ਚੋਇਸ ਸੀਗੀ, ਪਰ ਨਿਮਾਇਆ ਨੇ ਕੀ ਕੀਤਾ? ਨਿਮਾਇਆ ਨੇ ਉਹਨਾਂ ਦੀ ਗੱਲਾਂ ਦੇ ਕੋਈ ਧਿਆਨ ਨਹੀਂ ਦਿੱਤਾ, ਕਿਉਂ? ਉਹਨੂੰ ਪਤਾ ਸੀ ਕਿ ਜੋ ਕੰਮ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈਗਾ, ਉਹਦੀ ਸਮਰਥ ਵੀ ਪਰਮੇਸ਼ਵਰ ਦੇਗਾ, ਉਹਦੇ ਉਸੇ ਮਦਦ ਵੀ ਪਰਮੇਸ਼ਵਰ ਦੇਗਾ, ਤੇ ਮਨੂੰ ਮਜ਼ਬੂਤ ਵੀ ਪਰਮੇਸ਼ਵਰ ਕਰੇਗਾ। ਤੁਹਾਨੂੰ ਤੇ ਮਨੂੰ ਕਿੰਨੇ ਮਜ਼ਬੂਤ ਕਰਨਾ ਹੈ? ਲੋਕਾਂ ਨੇ ਨਹੀਂ ਕਰਨਾ। ਲੋਕੀ ਤਾਂ ਮਜ਼ਾਕ ਬਣਾਉਣਗੇ, ਪਰ ਪਰਮੇਸ਼ਵਰ ਤੁਹਾਨੂੰ ਜਿੰਨਾ ਕੋਲ ਲੈ ਕੇ ਜਾਏਗਾ ਉਹ ਤੁਹਾਡੀ ਮਦਦ ਵੀ ਕਰਨਗੇ, ਉਹ ਤੁਹਾਨੂੰ ਤਸੱਲੀ ਵੀ ਦੇਣਗੇ। ਤੇ ਜਦੋਂ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਤੇ 4:10 ਕਹਿੰਦਾ ਹੈ ਕਿ ਕਿਉਂਕਿ ਲੋਕ ਕੰਮ ਕਰਨ ਦੇ ਆਦੀ ਨਹੀਂ ਸੀਗੇ, ਉਹਨਾਂ ਨੂੰ ਜੋ ਵਿਜ਼ਨ ਪਰਮੇਸ਼ਵਰ ਨੇ ਨਿਮਾਇਆ ਨੂੰ ਦਿੱਤਾ ਸੀ, ਹੁਣ ਹਰ ਕਿਸੇ ਦਾ ਉਹ ਵਿਜ਼ਨ ਨਹੀਂ ਹੋ ਸਕਦਾ। ਜੋ ਲਗਨ ਨਿਮਾਇਆ ਦੇ ਵਿੱਚ ਪਰਮੇਸ਼ਵਰ ਨੇ ਪਾਈ ਸੀ ਉਹ ਹਰ ਕਿਸੇ 'ਚ ਨਹੀਂ ਪੈ ਸਕਦੀ। ਬਟ ਯੂ ਗॉट ਟੂ ਹੈਵ ਅ ਲੀਡਰਸ਼ਿਪ ਕੁਆਲਿਟੀ। ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਉਹ ਕੁਆਲਿਟੀ ਵੀ ਪਰਮੇਸ਼ਵਰ ਵੱਲੋਂ ਆਉਂਦੀ ਹੈ। ਤੇ ਜਦੋਂ ਉਹਨਾਂ ਨੇ ਥੋੜੀ ਬਹੁਤ ਦੀਵਾਰ ਬਣਾਉਣੀ ਸ਼ੁਰੂ ਕੀਤੀ ਤੇ ਕੀ ਹੋਇਆ? 4:10 ਕੀ ਕਹਿੰਦਾ? और यहूदी कहने लगे ढोने वालों का बल घट गया, मिट्टी बहुत पड़ी है, इसलिए शहर पना हमसे नहीं बन सकती। वो कहना द स्ट्रेंथ ऑफ लेबरर्स इज फॉलिंग and there is so much rubbish that we are not able to build the wall। ਅਸੀਂ ਕਈ ਵਾਰੀ ਚੰਗਾ ਕੰਮ ਕਰਨਾ ਸ਼ੁਰੂ ਕਰਦੇ ਹਾਂ, ਪਰ ਥੋੜਾ ਜਿਹਾ ਕਰਨ ਤੋਂ ਬਾਅਦ ਅਸੀਂ ਹਿੰਮਤ ਹਾਰ ਜਾਂਦੇ ਹਾਂ, ਅਸੀਂ ਡਿਸਕਰੇਜ ਹੋ ਜਾਂਦੇ ਹਾਂ। ਅਸੀਂ ਆਸ-ਪਾਸ ਇੰਨਾ ਕੰਮ ਦੇਖਨੇ ਆ ਬਿਖਰਿਆ ਹੋਇਆ, ਆਸ-ਪਾਸ ਇੰਨੇ ਹਾਲਾਤ ਖਰਾਬ ਦੇਖਨੇ ਆ ਕਿ ਅਸੀਂ ਫਿਰ ਦਿਲ ਹਾਰ ਜਾਂਦੇ ਹਾਂ। ਪਰ ਪਰਮੇਸ਼ਵਰ ਦੇ ਲੋਕ ਕੀ ਹੈਗੇ ਨੇ? ਕਦੀ ਵੀ ਦਿਲ ਨਹੀਂ ਹਾਰਦੇ, ਕਿਉਂਕਿ ਜਿਸ ਕੰਮ ਨੂੰ ਪਰਮੇਸ਼ਵਰ ਤੁਹਾਡੇ ਜ਼ਰੀਏ ਸ਼ੁਰੂ ਕਰਾਉਂਦਾ ਹੈ, ਉਹੀ ਪਰਮੇਸ਼ਵਰ ਤੁਹਾਡੇ ਜ਼ਰੀਏ ਉਹਨੂੰ ਖਤਮ ਕਰਨ ਦੀ ਵੀ ਤਾਕਤ ਰੱਖਦਾ। ਤੇ ਜਦੋਂ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਬਹੁਤ ਥੱਕ ਗਏ ਨੇ, ਉਹ ਕਹਿੰਦੇ ਨੇ ਸਾਡੇ ਕੋਲ ਨਹੀਂ ਹੁੰਦਾ, ਉਹ ਕਹਿੰਦੇ ਨੇ ਇੰਨਾ ਮਲਬਾ ਹੈਗਾ, ਇੰਨਾ ਮਿੱਟੀ ਘੱਟਾ ਹੈਗਾ ਕਿ ਸਾਡੇ ਵੱਸ ਦਾ ਨਹੀਂ ਹੈ। ਪਰ ਕੀ ਹੈ? ਨਿਮਾਇਆ ਨੇ ਪਰਮੇਸ਼ਵਰ ਦੀ ਮਦਦ ਦੇ ਨਾਲ ਉਹਨਾਂ ਨੂੰ ਐਨਕਰੇਜ ਕਰਦਾ ਰਿਹਾ, ਉਹਨਾਂ ਨੂੰ ਉਮੀਦ ਦਿੰਦਾ ਰਿਹਾ। ਤੇ ਜਦੋਂ ਅਸੀਂ ਆਪਣਾ ਕੌਨਫੀਡੈਂਸ ਖੋ ਦਿੰਨੇ ਆ, ਜਦੋਂ ਅਸੀਂ ਆਪਣਾ ਜਿਹੜਾ ਸਾਡੇ ਅੰਦਰ ਹੁੰਦਾ ਹੈ ਵੀ ਅਸੀਂ ਇਹ ਕਰਾਂਗੇ, ਕੁਝ ਛੋੜ ਦੇਣਾ, ਕੀ ਹੁੰਦਾ ਹੈਗਾ? 4:9 ਕਹਿੰਦਾ ਹੈਗਾ ਟੇਕ ਅ ਰੈਸਟ ਐਂਡ ਆਰਗੇਨਾਈਜ਼। ਉਦੋਂ ਕੀ ਹੈਗਾ? ਸਾਨੂੰ ਆਪਣੇ ਆਪ ਨੂੰ ਦੁਬਾਰਾ ਤਿਆਰ ਕਰਨ ਦੀ ਜ਼ਰੂਰਤ ਹੈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਵਿੱਚ ਉੱਪਰ ਉਠਾਉਣ ਦੀ ਜ਼ਰੂਰਤ ਹੈ। ਇਸ ਕਰਕੇ ਨਾ ਤਾਂ ਆਪਾਂ ਨੂੰ ਲੋਕਾਂ ਤੋਂ ਆਪਣਾ ਨਾ ਉਮੀਦੀ ਲੋਕਾਂ ਦੀ ਦੇਖਣੀ ਚਾਹੀਦੀ ਹੈ, ਨਾ ਅਸੀਂ ਜਦੋਂ ਵੀ ਕੰਮ ਕੁਝ ਕਰਨੇ ਆ, ਕੁਝ ਕੰਮ ਕਰਨ ਦਾ ਫੈਸਲਾ ਕਰਨੇ ਆ, ਅਸੀਂ ਆਪਣੀ ਤਾਕਤ ਤੇ ਨਹੀਂ ਪਰਮੇਸ਼ਵਰ ਦੀ ਤਾਕਤ ਤੇ ਵਿਸ਼ਵਾਸ ਕਰਦੇ ਹਾਂ। ਤੇ ਜਿਹੜਾ ਆਸ-ਪਾਸ ਸਾਡੇ ਆਪਸ ਲੱਗਦਾ ਵੀ ਇਹ ਮੇਰੇ ਕੋਲ ਨਹੀਂ ਹੋਏਗਾ, ਬਹੁਤ ਜ਼ਿਆਦਾ ਕੰਮ ਹੈਗਾ, ਪਰ ਪਰਮੇਸ਼ਵਰ ਦੀ ਸਾਮਰਥ ਦੇ ਨਾਲ ਕਰਦੇ ਹਾਂ। ਸਾਡੀ ਨਿਗਾਹ ਕਿੰਨੇ ਤੇ ਹੁੰਦੀ ਹੈ? ਸਾਨੂੰ ਡਰ ਕਿੰਦੇ ਤੋਂ ਹੁੰਦਾ ਹੈ? ਸਾਨੂੰ ਡਰ ਲੋਕਾਂ ਤੋਂ ਨਹੀਂ ਹੋਣਾ ਚਾਹੀਦਾ, ਸਾਨੂੰ ਸਾਡੇ ਪਰਮੇਸ਼ਵਰ ਦਾ ਡਰ ਹੋਣਾ ਚਾਹੀਦਾ ਹੈ
ਕਿ ਜੇ ਪਰਮੇਸ਼ਵਰ ਮੇਰੇ ਨਾਲ ਹੈ ਫਿਰ ਮੈਂ ਕਿਉਂ ਡਰਦਾ ਪਿਆ, ਫਿਰ ਲੋਕਾਂ ਦਾ ਮੂੰਹ ਦੇਖ ਕੇ ਮੈਂ ਕਿਉਂ ਘਬਰਾ ਜਾਣਾ। ਤੇ ਆਪਾਂ ਨੂੰ ਕੀ ਹੈ, ਵੀ ਸ਼ੁੱਡ ਨਾਟ ਲੂਜ਼ ਆਵਰ ਕੌਨਫੀਡੈਂਸ। ਕਿਉਂ? ਸਾਡਾ ਜਿਹੜਾ ਕੌਨਫੀਡੈਂਸ ਹੈ, ਸਾਡਾ ਆਪਣੇ ਆਪ ਤੇ ਕੌਨਫੀਡੈਂਸ ਰੱਖਦੇ ਹੀ ਨਹੀਂ ਅਸੀਂ। ਸਾਡਾ ਕੌਨਫੀਡੈਂਸ ਪਰਮੇਸ਼ਵਰ ਤੇ ਹੈਗਾ, ਸਾਡਾ ਵਿਸ਼ਵਾਸ ਪਰਮੇਸ਼ਵਰ ਤੇ ਹੈਗਾ, ਜਿਹੜੇ ਸਾਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੇ ਨੇ। ਇਹ ਤਾਂ 5 ਕਾਰਨ ਸੀਗੇ ਜਿਸ ਕਰਕੇ ਅਸੀਂ ਨਾ ਉਮੀਦ ਹੁੰਦੇ ਹਾਂ। ਹੁਣ ਦੂਸਰੇ 5 ਕਾਰਨ ਕੀ ਨੇ ਜਿਹੜੇ ਸਾਡੀ ਉਮੀਦ ਨੂੰ ਬਣਾਏ ਰੱਖਦੇ ਨੇ? ਪਹਿਲਾ ਹੈਗਾ ਕਾਲ ਆਫ ਗॉड। ਅਸੀਂ ਜੋ ਵੀ ਕੁਝ ਕਰਨੇ ਆ ਉਹ ਪਰਮੇਸ਼ਵਰ ਦੀ ਬੁਲਾਹਟ ਦੇ ਨਾਲ ਕਰਨੇ ਆ। ਜਦੋਂ ਆਪਾਂ ਥੱਕ ਜਾਂਦੇ ਹਾਂ, ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਸਾਨੂੰ ਉਸ ਟਾਈਮ ਆਰਾਮ ਕਰਕੇ ਟੇਕ ਰੈਸਟ ਐਂਡ ਰੀਆਰਗੇਨਾਈਜ਼, ਨਵੇਂ ਤਰੀਕੇ ਨਾਲ ਸੋਚਣ ਦੀ ਜ਼ਰੂਰਤ ਹੈ। ਤੀਸਰਾ, ਥਿੰਕ ਆਫ ਗॉड ਨਾਟ ਆਫ ਆਵਰ ਓਨ ਪ੍ਰੋਬਲਮਸ। ਅਸੀਂ ਪਰਮੇਸ਼ਵਰ ਤੇ ਨਿਗਾਹ ਰੱਖੀਏ, ਨਾ ਕਿ ਆਪਣੀ ਸਮੱਸਿਆਵਾਂ ਤੇ ਰੱਖੀਏ। ਫਿਰ ਕੀ ਹੈ? ਬੀ ਸਟਰੋਂਗ ਐਂਡ ਫਾਈਟ। ਮਜ਼ਬੂਤੀ ਨਾਲ ਅਸੀਂ ਜਿਹੜਾ ਕੰਮ ਕਰਨਾ ਹੈਗਾ ਉਹਨੂੰ ਪੂਰਾ ਕਰਨਾ ਹੈ ਤੇ ਰਿਟਰਨ ਟੂ ਵਰਕ। ਤੇ ਜਿਹੜਾ ਕੰਮ ਅਸੀਂ ਡਿਸਕਰੇਜ ਹੋ ਕੇ ਛੱਡਦਾ ਹੈਗਾ, ਅੱਧਾ ਛੱਡਦਾ ਹੈ, ਉਹਨੂੰ ਅਸੀਂ ਫੇਰ ਅੱਗੇ ਵਧਨੇ ਹੈਗੇ ਆ। ਹੁਣ ਆਪਾਂ ਦੇਖਾਂਗੇ ਕਾਲ ਆਫ ਗॉड, ਨਿਮਾਇਆ 4:9 ਕੀ ਕਹਿੰਦਾ ਹੈ। ਹੁਣ ਉਹਨਾਂ ਨੇ ਆਪਣੇ ਤੇ नहीं अपना भरोसा रखा, परंतु हम लोगों ने अपने परमेश्वर से प्रार्थना की और उनके डर के मारे उनका विरोध दिन रात के हमने पहरुए ठहरा दिए। हुन परमेश्वर की कहता है, यू आर टू प्लान दी थिंग्स एंड गॉड इज विद यू। हुन जे तुसी तुहाडा सिर दुखदा है या तुहानू कोई बीमारी हैगी है, तुसी को रब ही ठीक करूगा, रब ही इत्थे दवाई भेज दूगा। रब तुहानू रस्ता दिखाएगा, जाना तुहानू पेगा। परमेश्वर ने दस्या भी तुहानू की चाहिदा है कि अद्धे बंदे काम करो, अद्धे बंदे वॉचमैन का काम करो। जे कोई तुहाडे ते हमला करन आ रहा तो उनके वास्ते तैयार रहो। उन्होंने की किया, कुछ लोगों ने अपना कमर दे विच उन्होंने बिगुल पोंपू लगाता कि जो कोई हमला करन आया तो बंदा वो 2 पोंपू बजा दे कि उस पास इकट्ठे हो जाओ। दिस वॉज वट द विजडम ऑफ गॉड। जो भी परमेश्वर कहता उनके परमेश्वर आपां जित दिलांदे ने। आप देखेंगे इब्रानियां दा 10:22-23 की कहता है, हिब्रू 10:22-23, तो आओ कम लेट अस वर्क, हम सच्चे मन से पूरे विश्वास के साथ और विवेक को दोष दूर करके हृदय पर छिड़काव लेकर देह को शुद्ध जल से धोकर परमेश्वर के समीप जाएं। अपने मन की गल्लां नूं छड्ड के, अपने आप नूं पवित्र करके, अपने मन की बुराइयां नूं छोड़ के असी परमेश्वर के कोल जाएं। ताकि होएगा, और अपनी आशा के अंगीकार को दृढ़ता से थामे रहे, क्योंकि जिसने प्रतिज्ञा की है वह सच्चा है। जो असी सच्चे मन नाल परमेश्वर को जाने आ, परमेश्वर ने सानू प्रॉमिस किया कि वह सानू जित दिलवाएगा। ते परमेश्वर की ये सच्चा हैगा। ते जो परमेश्वर तुहानू बुलांदा हैगा, उदों असी परमेश्वर दे नाल बने रहना है। लोकां दे मूँह नहीं देखने, लोकां दे मूँह देख के असी चिंता नहीं करनी। फिर की हैगा, असी आराम भी करना है ते काम भी करना है ते नवे नवे तरीके परमेश्वर की मदद ना ढूंढने ने। जिवें निमाया 4:13 की कहता है, इस कारण हमने लोगों को तलवारें, बर्छियां और धनुष देकर शहर पनाह के पीछे सबके नीचे खुले स्थानों पर घराने घराने के अनुसार बैठा दिए। कि उन्होंने अपने आप को प्रिपेयर किया, जिवें तुहानूं हुणे पहले दस्सिया कि जे कोई हमला करन आए, so they were ready to fight. We are to stand still and do what God has told us. But खड़ा होना की है, असी खड़े होना है। ऐस करके उन्होंने अपने आप नूं जेड़ी तैयारी उन्होंने करनी सी, वो तैयारी उन्होंने की। जेड़ी मदद परमेश्वर ने करनी है, वो उन्होंने मदद परमेश्वर ने की। ते बी स्ट्रॉन्ग एंड फाइट।
ਆਪਾਂ ਦੇਖਿਆ ਸਾਮ 71 ਦਾ 3 ਕੀ ਕਹਿੰਦਾ ਹੈ? ਬੀ ਮਾਈ ਸਟਰੋਂਗ ਰਿਫਿਊਜ। ਅਤੇ ਪਰਮੇਸ਼ਵਰ ਨੂੰ ਕਹਿ ਰਿਹਾ ਕਿ ਤੁਸੀਂ ਮੇਰਾ ਦ੍ਰਿੜਗੜ੍ਹ ਬਣੋ, ਟੂ ਵਿਚ ਆਈ ਮੇ ਰਿਸੋਰਟ ਕੰਟੀਨਿਊਸਲੀ। You have given the command to save me, for you are my rock and my fortress. मेरे लिए सनातन काल की चट्टान का धाम बन, जिससे मैं नित्य जा सकूं। तू मेरे उद्धार की आशा तो दी है, क्योंकि तू मेरी चट्टान और दृढ़गढ़ है। परमेश्वर साडी चट्टान ते साडा दृढ़गढ़ है। परमेश्वर सानू हर चीज़ तो बचांदा है। ते जदों परमेश्वर साडे नाल है, फिर सानू ना उम्मीदी की जरूरत नहीं हैगी। एक अपना परमेश्वर के जन्म जिन बारे में तुहानूं अगे गल कीती सी। दिस लेडी वॉज जो हिटलर के समय ते उस टाइम हिटलर ने इन्हों जेल बंद करता सी। इन्हां दा सारा परिवार उन्होंने जेल मारता। शी वॉज आल्सो टू बी किल्ड, पर परमेश्वर ने उन्होंने बचाया। तो उन्होंने की किया है, if you look at the world you will be discouraged। जे तुसी दुनिया वाल देखोगे तो तुहानू ना उम्मीदी होएगी। if you look within you will be depressed। जे तुसी अपनी ताकत दे सोचोगे मैं की कर सकदा, फिर कि तुहानू डिप्रेशन होएगा, उदासी होएगी, क्योंकि तुहाडी ते मेरी ताकत दा कोई जोर नहीं है। but if you look at Christ you will be at rest। जे परमेश्वर जी देखोगे तुसी की ये शांति पाओगे, आराम पाओगे। इस करके आपां नूं जिहड़े लोग परमेश्वर ते विश्वास करने वाले लोग ने, असी जिंदगी दे किसी हालात विच भी असी ना उम्मीद नहीं है। असी लोकां दे वल नहीं वेखना, वो सानू घबरा देणगे। असी अपने वल नहीं देखना, क्योंकि सानू पता है साड़ी ताकत किन्नी कु हैगी है, लिमिटेड हैगी है। पर जो असी परमेश्वर ते भरोसा करांगे ते फिर कि परमेश्वर सानू आराम देंगे। आराम देंगे की मतलब है साड़ी जिहड़ी भी चीज़ां सानू ना उम्मीद करदियां ने, जिहड़ी चीज़ां सानू घबरा देंदियां ने, वो चीज़ां परमेश्वर साड़ी मदद करनगे। ते मदद करन दा रिजल्ट की निकलेगा? इट इज़ ऑलवेज विक्टरी। हमेशा परमेश्वर सानू ते अपने बच्चों नूं की है जित दिलवांदे ने। अपने बच्चों नूं हमेशा परमेश्वर की है मजबूत करते हैं, हमेशा खड़ा करते हैं। इस करके ना उम्मीदी जिहड़ी हैगी है, जे कोई भी अज भैन भरा ना उम्मीद है किसी कारण तो उन्हां दी अपनी चॉइस हैगी है। जे तुसी परमेश्वर नूं मनण वाले जन हैगे हो, फिर तुहानूं जिंदगी कभी भी ना उम्मीद होने की जरूरत नहीं है। या तो तुसी परमेश्वर ते भरोसा करते हो या नहीं करते हो। जे भरोसा तुसी नहीं करते हो, फिर ना उम्मीदी तो हर रोज होएगी। एवरी डे न्यू प्रॉब्लम कम्स एंड एवरी डे यू विल बी डिस्करेज्ड। पर जे तुसी जिंदा परमेश्वर प्रभु यीशु मसीह ते विश्वास करते हो, तुसी उन्हां दे चलाए चलते हो, फिर की है जिंदगी विच कदी भी ना उम्मीदी नहीं होएगी। यू विल नेवर हैव टू टेस्ट द डिस्करेजमेंट, बिकॉज गॉड इज विद यू एंड मी। ही विल सेल अस थ्रू। असी जेड़े भी मर्जी अपना जिवें कहंदे ना अपना बवंडर विच फसे होइए, तूफान विच फसे होइए, परेशानी च फसे होइए, उहदे विचों निकालण वाला दा की है? परमेश्वर दे जोर दे नाल निकल सकते हैं। इस करके तुहाडी ते मेरी निगाह हमेशा किंदे ते रहनी चाहिए है? परमेश्वर ते रहनी चाहिए है, ना कि लोकां दी चिंता करन दी जरूरत है। सानू किंदे विच किंदे नाल किंदी मदद दे नाल अपने आप नू ऑर्गेनाइज करना है या रीऑर्गेनाइज करना है? परमेश्वर दी मदद दे नाल करना है। साडी निगाह अपनी प्रॉब्लम्स ते नहीं होनी चाहिए, साडी निगाह परमेश्वर ते होनी चाहिए है। साडी निगाह परमेश्वर दे वादियां ते होनी चाहिए है। ते सानू की है? परमेश्वर दी मदद दे नाल अपना बेस्ट देना चाहिए। थोड़ी जी तकलीफ दे नाल घबरा नहीं जाना चाहिए, क्योंकि तां फिर आपां की है मजबूत नहीं बन सकते। जिवें असीं छोटे बच्चों तो उम्मीद करते हैं, मैं कई बार एग्जाम्पल दे बैठा
ਕਿ 5ਵੀਂ ਤੋਂ ਬਾਅਦ ਬੱਚਾ 6ਵੀਂ ਜਾਏ, ਇਮਤਿਹਾਨ ਦੇ ਕੇ ਹੀ ਜਾ ਸਕਦਾ ਹੈ? Can without giving exam you can go to next grade? No, you cannot. So if God is trying to prepare you for a bigger work, He will take you through the valley. ਉਹ ਤੁਹਾਨੂੰ ਐਸੇ ਹਾਲਾਤਾਂ ਤੋਂ ਲੈ ਕੇ ਜਾਣਗੇ ਜਿੰਦੇ ਤੁਹਾਡਾ ਜ਼ੋਰ ਕੀ ਹੈ, ਤੁਹਾਡਾ ਵਿਸ਼ਵਾਸ ਕੀ ਹੈ, ਉਹ ਪਰਖਿਆ ਜਾਏਗਾ। ਤੇ ਜੇ ਅਸੀਂ ਪਰਮੇਸ਼ਵਰ ਨਾਲ ਬਨੇ ਰਵਾਂਗੇ, ਪਰਮੇਸ਼ਵਰ ਦੇ ਨਾਲ ਸਹਿਭਾਗੀਤਾ ਰੱਖਾਂਗੇ, ਫੈਲੋਸ਼ਿਪ ਰੱਖਾਂਗੇ, ਫਿਰ ਅਸੀਂ ਆਪਣੇ ਹਰ ਜ਼ਿੰਦਗੀ ਦਾ ਜਿਹੜੀ ਪ੍ਰੋਬਲਮ ਹੈਗੀ ਹੈ ਉਹਦੇ ਤੇ ਜਿੱਤ ਪ੍ਰਾਪਤ ਕਰਾਂਗੇ। ਮੇਰਾ ਵਿਸ਼ਵਾਸ ਹੈ ਅੱਜ ਦਾ ਸੰਦੇਸ਼ ਜਿਹੜਾ ਹੈਗਾ, ਉਸ ਤੋਂ ਬਾਅਦ ਅਸੀਂ ਕਦੀ ਵੀ ਜ਼ਿੰਦਗੀ ਵਿੱਚ ਨਾ ਉਮੀਦ ਨਹੀਂ ਹੋਵਾਂਗੇ, ਕਿਉਂਕਿ ਪਰਮੇਸ਼ਵਰ ਦੇ ਜਨ ਵਾਸਤੇ ਨਾ ਉਮੀਦੀ ਰਸਤਾ ਨਹੀਂ ਹੈਗਾ, ਹਮੇਸ਼ਾ ਉਮੀਦ ਰਸਤਾ ਹੈਗਾ, ਕਿਉਂਕਿ ਵੀ ਬਿਲੀਵ ਇਨ ਲਿਵਿੰਗ ਹੋਪ। ਪ੍ਰਭੂ ਯਿਸੂ ਮਸੀਹ ਕੀ ਨੇ ਸਾਡੀ ਜ਼ਿੰਦਾ ਉਮੀਦ ਨੇ। ਪਰ ਇਹ ਸਾਰੀ ਗੱਲਾਂ ਦੇ ਨਾਲ ਨਹੀਂ ਹੋਣੀਆਂ, ਇਹਨਾਂ ਵਾਸਤੇ ਕੀ ਹੈ, ਐਕਸ਼ਨ ਲੈਣ ਦੀ ਜ਼ਰੂਰਤ ਹੈ। ਐਕਸ਼ਨ ਇਹ ਵਿੱਚ ਪਰਮੇਸ਼ਵਰ ਬਣੇ ਰਹਿਣ ਦੀ ਜ਼ਰੂਰਤ ਹੈ, ਪਰਮੇਸ਼ਵਰ ਦੀ ਗੱਲਾਂ ਨੂੰ ਮੰਨਣ ਦੀ ਜ਼ਰੂਰਤ ਹੈਗੀ ਹੈ, ਤੇ ਪਰਮੇਸ਼ਵਰ ਜਿਹੜਾ ਰਸਤਾ ਦਿਖਾਣ, ਉਸ ਰਸਤੇ ਤੇ ਚੱਲ ਕੇ ਜਿੱਤ ਦਾ ਝੰਡਾ ਫਹਿਰਾਉਣ ਦਾ ਤੁਹਾਡਾ ਕੰਮ ਹੈ। ਆਮੇਨ। ਆਓ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। ਪਰਮਪਿਤਾ ਪਰਮੇਸ਼ਵਰ ਜੀ, ਤੁਹਾਡਾ ਸ਼ੁਕਰ ਅਦਾ ਕਰਨੇ ਅੱਜ ਦੇ ਦਿਨ ਵਾਸਤੇ, ਇਸ ਸਮੇਂ ਵਾਸਤੇ। ਮੈਂ ਸਾਰਿਆਂ ਵਾਸਤੇ ਪ੍ਰਾਰਥਨਾ ਕਰਨਾ ਵੀ ਅਸੀਂ ਸਾਰੇ ਨਿਮਾਇਆ ਦੀ ਪੁਸਤਕ ਜ਼ਰੂਰ ਪੜ੍ਹੀਏ, ਦੇਖੀਏ ਕਿ ਉਹ ਕਿਹੜੇ ਹਾਲਾਤਾਂ 'ਚੋਂ ਨਿਕਲਿਆ, ਪਰ ਉਹਨੂੰ ਇੱਕੋ ਵਿਸ਼ਵਾਸ ਸੀਗਾ ਕਿ ਮੇਰਾ ਪਰਮੇਸ਼ਵਰ ਮੇਰੇ ਨਾਲ ਹੈਗਾ ਤੇ ਮੇਰਾ ਪਰਮੇਸ਼ਵਰ ਮੈਨੂੰ ਜਿੱਤ ਦਵਾਏਗਾ। ਜਿਸ ਦੀਵਾਰ ਦਾ ਖੜਾ ਕਰਨ ਦੀ ਲੋਕਾਂ ਨੇ ਕਦੀ ਜ਼ਿੰਦਗੀ 'ਚ ਉਮੀਦ ਨਹੀਂ ਕੀਤੀ ਸੀ, ਉਹ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਇਨ 52 ਡੇਜ਼ 52 ਦਿਨ ਦੇ ਵਿੱਚ ਉਹਨੇ ਪੂਰੇ ਜਰੂਸਲਮ ਦੀ ਦੀਵਾਰ ਬਣਾਈ। ਕਿੰਨੇ ਨਾਲ? ਪਰਮੇਸ਼ਵਰ ਦੀ ਮਦਦ ਦੇ ਨਾਲ। ਜਦੋਂ ਉਹਨੇ ਆਪਣੀ ਨਿਗਾਹ ਜਿਹੜੀ ਹੈਗੀ ਹੈ ਉਹ ਪਰਮੇਸ਼ਵਰ ਤੇ ਰੱਖਿਆ, ਜਦੋਂ ਉਹਨੇ ਨਾ ਉਮੀਦੀ ਨੂੰ ਆਪਣਾ ਨਤੀਜਾ ਨਹੀਂ ਕੱਢਿਆ, ਉਮੀਦ ਨੂੰ ਨਤੀਜਾ ਕੱਢਿਆ। ਅੱਜ ਤੁਸੀਂ ਭਾਵੇਂ ਜ਼ਿੰਦਗੀ ਦੇ ਕਿਸੇ ਵੀ ਹਾਲਾਤ ਤੋਂ ਨਿਕਲ ਰਹੇ ਹੋ, ਤੁਹਾਡੀ ਕਿੰਨੀ ਵੱਡੀ ਸਮੱਸਿਆ ਤੁਹਾਨੂੰ ਲੱਗਦੀ ਹੈਗੀ ਹੈ, ਤੁਹਾਡਾ ਇੱਕੋ ਜਵਾਬ ਹੈ ਪ੍ਰਭੂ ਯਿਸੂ ਮਸੀਹ। ਇੱਕ ਪ੍ਰਭੂ ਯਿਸੂ ਮਸੀਹ ਦਾ ਭਰੋਸਾ ਕਰਨ ਨਾਲ ਕੀ ਹੈ, ਤੁਹਾਡੀ ਹਰ ਨਾ ਉਮੀਦੀ ਜਿਹੜੀ ਹੈਗੀ ਹੈ ਉਹ ਉਮੀਦ ਹੀ ਬਦਲ ਜਾਏਗੀ। ਅਸੀਂ ਸਾਰਿਆਂ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਨੇ, ਆਪਣੇ ਜੀਵਨ ਵਿੱਚ ਬਹੁਤ ਸਾਰੇ ਜਿੱਤ ਦੇ ਝੰਡੇ ਦੇਖੇ ਨੇ। ਜੇ ਉਹ ਸੱਚ ਸੀਗੇ ਤੇ ਅੱਜ ਦੀ ਵੀ ਇਹ ਸਮੱਸਿਆ ਹੈਗੀ ਹੈ, ਉਹਨੂੰ ਪਰਮੇਸ਼ਵਰ ਜਿੱਤੀ ਬਦਲਣ ਦੀ ਤਾਕਤ ਰੱਖਦੇ ਨੇ। ਕੀ ਹੈਗਾ? ਵਿਸ਼ਵਾਸ ਪਰਖਾ ਜਾਏਗਾ, ਆਨੰਦ ਸਮਝੋ। ਜਦੋਂ ਤੁਹਾਡਾ ਵਿਸ਼ਵਾਸ ਪਰਖਿਆ ਜਾਂਦਾ ਹੈ, ਉਦੋਂ ਤੁਹਾਡੀ ਚੋਇਸ ਹੈ, ਤੁਸੀਂ ਘਬਰਾ ਜਾਂਦੇ ਹੋ ਜਾਂ ਤੁਸੀਂ ਪਰਮੇਸ਼ਵਰ ਦੇ ਵਾਅਦਿਆਂ ਤੇ ਵਿਸ਼ਵਾਸ ਕਰਦੇ ਹੋ। ਪਰਮਪਿਤਾ ਪਰਮੇਸ਼ਵਰ ਜੀ, ਤੁਹਾਡਾ ਸ਼ੁਕਰ ਅਦਾ ਕਰਨੇ ਆ ਕਿ ਤੁਸੀਂ ਸਾਮਰਥੀ ਪਰਮੇਸ਼ਵਰ ਹੋ, ਜ਼ਿੰਦਾ ਪਰਮੇਸ਼ਵਰ ਹੋ, ਜਲਾਲੀ ਤੇ ਕਿਰਪਾਲੂ ਪਰਮੇਸ਼ਵਰ। ਪਰਮਪਿਤਾ ਪਰਮੇਸ਼ਵਰ ਜੀ, ਅਸੀਂ ਆਪਣੇ ਆਪ ਨੂੰ ਪਿਤਾ ਜੀ ਤੁਹਾਡੇ ਚਰਨੇ ਸਮਰਪਿਤ ਕਰਦੇ ਹਾਂ, ਆਪਣੇ ਜੀਵਨ ਦੀ ਹਰ ਸਮੱਸਿਆ ਨੂੰ ਸਮਰਪਿਤ ਕਰਦੇ ਹਾਂ, ਤੇ ਜਿੱਤ ਦਾ ਝੰਡਾ ਜਿਹੜਾ ਤੁਹਾਡੇ ਹੱਥ 'ਚ ਹੈਗਾ ਹੈ, ਅਸੀਂ ਉਹ ਤੁਹਾਡੇ ਨਾਲ ਚੱਲਣ ਨੂੰ ਤਿਆਰ ਹੈਗੇ ਹਾਂ, ਨਾਲ ਤੁਹਾਡੇ ਦੌੜਨ ਨੂੰ ਤਿਆਰ ਹੈਗੇ ਹਾਂ, ਤੁਹਾਡੇ ਰਸਤਿਆਂ ਤੇ ਚੱਲਣ ਨੂੰ ਤਿਆਰ ਹੈਗਾ ਪਰਮਪਿਤਾ ਪਰਮੇਸ਼ਵਰ ਜੀ, ਕਿ ਤੁਹਾਡੇ ਰਸਤੇ ਸਾਨੂੰ ਅਨੰਤ ਜੀਵਨ ਵੱਲ ਲੈ ਕੇ ਜਾਂਦੇ ਨੇ। ਨਾ ਕਿ ਅਨੰਤ ਜੀਵਨ ਜਿਹੜਾ ਆਉਣ ਵਾਲਾ ਹੈਗਾ, ਤੁਸੀਂ ਚਾਹੁੰਦੇ ਹੋ ਵੀ ਸ਼ੁੱਡ ਲਿਵ ਅ ਲਾਈਫ ਆਫ ਅਬੰਡੈਂਸ ਐਵਰੀ ਸਿੰਗਲ ਡੇ। ਤੁਸੀਂ ਚਾਹੁੰਦੇ ਹੋ ਕਿ ਅਸੀਂ ਭਰਪੂਰੀ ਦਾ ਜੀਵਨ ਤੁਹਾਡੇ ਵਿੱਚ ਹਰ ਦਿਨ ਜੀਏ, ਤਾਂ ਕਿ ਆਪਾਂ ਤਾਂ ਕੀ ਕਵਾਂਗੇ, ਦਿਸ ਇਜ਼ ਦਾ ਡੇ ਦੈਟ ਦ ਲਾਰਡ ਹੈਜ਼ ਮੇਡ, ਵੀ ਵਿਲ ਰਿਜॉइस एंड बी ग्लैड इन इट। आज का दिन यहोवा ने बनाया है, हम उसमें आनंदित होंगे। गॉड ब्लेस यू। आमेन। गॉड ब्लेस। राती राकेश जी मैंने